ਸ਼ਮਾਦਾਨ ਰੇਡੀਓ ਪੰਜਾਬ ਟੁਡੇ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਸਰਦਾਰ ਬਖਤੌਰ ਸਿੰਘ ਢਿੱਲੋਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ਾਮਦੀਦ। ਅੱਜ ਦਿਨ ਹੈ ਜੀ ਵੀਰਵਾਰ, ਤਰੀਕ ਹੈ 6 ਮਈ, ਸ਼ਾਮ ਦੇ 6:30 ਹੋਏ ਨੇ। ਤੁਸੀਂ ਇਸ ਵਕਤ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ। ਅਸੀਂ ਤੁਹਾਨੂੰ ਸਾਰਿਆਂ ਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜੀ ਆਇਆਂ ਕਹਿੰਦੇ ਹਾਂ। ਸੋ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਕਰਨ ਤੋਂ ਪਹਿਲਾਂ ਦੱਸ ਦਈਏ ਕਿ ਅੱਜ ਸਾਡੀ ਗੱਲਬਾਤ ਹੋਏਗੀ ਡਾਕਟਰ ਮਹਿੰਦਰ ਸਿੰਘ ਹੋਰਾਂ ਦੇ ਨਾਲ। ਇਹ ਗੱਲਬਾਤ ਲਾਈਵ ਹੈ ਜੀ, ਅਤੇ ਇਸ ਗੱਲਬਾਤ ਦੇ ਵਿੱਚ ਤੁਸੀਂ ਆਪਣੇ ਸਵਾਲਾਤ ਕਰ ਸਕਦੇ ਹੋ 92-164 10-666, 98-149 10-666। ਅਤੇ ਇੱਕ ਗੁਜ਼ਾਰਿਸ਼ ਹੈ ਜੀ, ਵਟਸਐਪ ਕਾਲ ਨਹੀਂ ਲੈ ਪਾਵਾਂਗਾ, ਤੁਸੀਂ ਵਟਸਐਪ ਦੇ ਉੱਤੇ ਮੈਸੇਜ ਜ਼ਰੂਰ ਕਰ ਸਕਦੇ ਹੋ। ਤੁਹਾਡੇ ਮੈਸੇਜ ਜਿਹੜੇ ਨੇ ਉਹਨਾਂ ਦਾ ਅਸੀਂ ਜਵਾਬ ਦਿਆਂਗੇ। ਹਰ ਕਰੋਨਾ ਨਾਲ ਜੁੜੇ ਮਸਲੇ ਦੇ ਉੱਤੇ ਤੁਹਾਡੀ ਗੱਲਬਾਤ ਜਿਹੜੀ ਹੋਏਗੀ, ਕੀ ਹੋਮੋਪੈਥੀ ਦੀਆਂ ਦਵਾਈਆਂ ਕੀ ਅਸਰ ਕਰਦੀਆਂ ਨੇ, ਪ੍ਰੀਕਾਸ਼ਨਰੀ ਮੈਜਰ ਕੀ ਨੇ, ਕਿਸ ਤਰ੍ਹਾਂ ਤੁਸੀਂ ਗੱਲ ਕਰ ਸਕਦੇ ਹੋ, ਕਰੋਨਾ ਆਫਟਰ ਇਫੈਕਟਸ ਕੀ ਨੇ, ਸਾਰਾ ਕੁਛ ਤੁਸੀਂ ਤਮਾਮ ਇਹ ਗੱਲਾਂ ਕਰ ਸਕਦੇ ਹੋ। ਸੋ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਅਕਾਲ ਟਰੱਕ ਐਂਡ ਟ੍ਰੇਲਰ, 82 ਰੇਨਮ ਡਰਾਈਵ, ਫਾਰਮਰਸ ਰੋਡ, ਵਿਨੀਪੈਗ, ਮੈਨੀਟੋਬਾ ਵੱਲੋਂ। ਇੱਥੇ ਹੁਣ ਤੁਹਾਨੂੰ ਪਾਰਕਿੰਗ ਦੇ ਨਾਲ ਨਾਲ ਕੁਇਕ ਟਰੱਕ ਲਿਊਬ ਦੇ ਨਾਲ ਸੈਮੀਜ਼ ਦੇ ਲਈ ਵਾਸ਼ ਵੀ ਉਪਲਬਧ ਹੈ। ਇਸ ਤੋਂ ਇਲਾਵਾ ਰਾਹ ਜਾਂਦੇ ਤੁਹਾਡੀ ਵਿੰਡ ਸਕਰੀਨ ਟੁੱਟ ਜਾਂਦੀ ਹੈ, ਤੁਰੰਤ ਬਦਲ ਕੇ ਦਿੱਤੀ ਜਾਂਦੀ ਹੈ। ਬ੍ਰੇਕਸ ਹੈ, ਕਲੱਚ ਹੈ, ਡਿਫਰੈਂਸ਼ੀਅਲ ਹੈ, ਗੇਅਰ ਹੈ, ਇੰਜਨ ਰੀਬਿਲਟ ਹੈ ਜਾਂ DOT ਸੇਫਟੀ ਹੈ। ਤਾਂ ਬਲਤੇਜ ਪਨੇਸਰ ਹੋਰਾਂ ਨਾਲ 2044592000 'ਤੇ ਕਾਲ ਕਰ ਸਕਦੇ ਹੋ। ਵਾਸ਼ਿੰਗਟਨ ਫਰੇਟ ਸਰਵਿਸ ਓਨਰ ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ ਗੁਰਵਿੰਦਰ ਧਾਲੀਵਾਲ ਹੋਰਾਂ ਨਾਲ 2063544060। ਜਗਦੇਵ ਸੰਧੂ ਹੋਰਾਂ ਨਾਲ 2532666924 'ਤੇ ਕਾਲ ਕਰ ਸਕਦੇ ਹੋ। ਬੇਕਰਸਫੀਲਡ ਏਰੀਆ ਦੇ ਵਿੱਚ ਘਰਾਂ ਦੀਆਂ ਛੱਤਾਂ 'ਤੇ ਬਿਜ਼ਨਸ ਦੀ ਛੱਤ 'ਤੇ ਸੋਲਰ ਸਿਸਟਮ ਲਵਾ ਕੇ ਬਿਜਲੀ ਦੇ ਬਿੱਲਾਂ ਤੋਂ ਨਿਜਾਤ ਪਾਓ। 6617541722 661-754-1722 'ਤੇ ਕਾਲ ਕਰ ਸਕਦੇ ਹੋ। ਇਸ ਤੋਂ ਪਹਿਲਾਂ ਕਿ ਆਪਾਂ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲੀਏ, ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰਾਂ ਦੇ ਨਾਲ ਕੁਛ ਵਪਾਰਕ ਸੁਨੇਹੇ ਜੀ, ਅਤੇ ਫਿਰ ਹਾਜ਼ਰ ਹੁੰਦੇ ਤੁਹਾਡੇ ਨਾਲ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ। ਅਤੇ ਫਿਰ ਤੁਹਾਨੂੰ ਦੱਸ ਦਈਏ ਕਿ ਸਰਦਾਰ ਬਖਤੌਰ ਸਿੰਘ ਢਿੱਲੋਂ ਤੋਂ ਬਾਅਦ ਡਾਕਟਰ ਮਹਿੰਦਰ ਸਿੰਘ ਹੋਰਾਂ ਦੇ ਨਾਲ ਗੱਲਬਾਤ ਹੋਏਗੀ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066 ਯਾਨੀ 360652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661-797-2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ ਹੈ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 4034049501 4034049501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktruckliube.com। QTL, because we care. Quick Truck Lube.
JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ, 5 ਸਾਲ ਦਾ Freightline ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ ਕਹਿੰਦੇ ਹੁੰਦੇ ਨਾ, ਆਪਾਂ ਕਈ ਵਾਰੀ ਕੋਈ ਐਕਸੀਡੈਂਟ ਦੀਆਂ ਤਸਵੀਰਾਂ ਆਉਂਦੀਆਂ ਤੇ ਉਹਦੇ ਉੱਤੇ ਅਸੀਂ ਟੈਲੀਵਿਜ਼ਨ 'ਚ ਹੁੰਦੇ ਸੀ ਤਾਂ ਹਿੰਦੀ ਟੈਲੀਵਿਜ਼ਨ ਦੇ ਵਿੱਚ ਅਸੀਂ ਕਹਿੰਦੇ ਇਹ ਤਸਵੀरें ਆਪਕੋ ਵਿਚਲਿਤ ਕਰ ਸਕਤੀ ਹੈ। ਪਰ ਹੁਣ ਪਿਛਲੀ ਵਾਰੀ ਤਾਂ ਚਲੋ ਕੁੱਟਮਾਰ ਦੀਆਂ ਤਸਵੀਰਾਂ ਸੀ, ਚਲੋ ਹਾਸੇ ਠਾਠੇ ਦੇ ਵਿੱਚ ਗੱਲਾਂ ਲੰਘ ਗਈਆਂ, ਪਰ ਇਸ ਵਾਰ ਜਿਹੜੀਆਂ ਤਸਵੀਰਾਂ ਵਾਕਿਆ ਵਿਚਲਿਤ ਕਰਨ ਵਾਲੀਆਂ ਨੇ। ਤਸਵੀਰ ਆ ਰਹੀ ਹੈ ਜੀ, ਰਿਕਸ਼ੇ ਰੇਹੜੀ ਵਾਲੇ ਦਾ ਫੂਕ ਕੱਢੀ ਜਾ ਰਹੀ ਹੈ, ਉਹਦੇ ਟਾਇਰ ਵਿੱਚ ਸੂਏ ਮਾਰੇ ਜਾ ਰਹੇ ਨੇ। ਇੱਕ ਤਸਵੀਰ ਆ ਰਹੀ ਹੈ ਜੀ, ਰੇਹੜੀਆਂ ਵਾਲਿਆਂ ਦੇ ਡੰਡੇ ਮਾਰੇ ਜਾ ਰਹੇ ਨੇ, ਉਹਨਾਂ ਦਾ ਸਮਾਨ ਖਿੱਲਰ ਰਿਹਾ। ਇੱਕ ਤਸਵੀਰ ਆ ਰਹੀ ਹੈ ਜੀ, ਵੀਡੀਓ ਆ ਰਹੀ ਹੈ, ਫਿਲੌਰ ਦੇ ਵਿੱਚ ਬੰਦਾ ਟੇਲਰ ਮਾਸਟਰ ਆਪਦਾ ਸ਼ਟਰ ਸਿੱਟ ਕੇ ਅੰਦਰ ਕੰਮ ਕਰ ਰਿਹਾ। CCTV ਕੈਮਰੇ 'ਚ ਰਿਕਾਰਡ ਹੋ ਗਿਆ, ਬੰਦੇ ਨੇ CCTV ਕੈਮਰਾ ਲਾਇਆ ਹੋਇਆ, ਸ਼ਟਰ ਖਲਾਇਆ ਜਾਂਦਾ, ਅੰਦਰੋਂ ਧੂ ਕੇ ਬਾਹਰ ਕੱਢ ਲਿਆ ਜਾਂਦਾ, ਬਾਹਰ ਜਾ ਕੇ ਉਹਦੇ ਨਾਲ ਕੀ ਹੁੰਦੀ ਹੈ ਰੱਬ ਜਾਣਦਾ। ਇੱਕ ਫਿਰੋਜ਼ਪੁਰ ਤੋਂ ਤਸਵੀਰ ਆ ਰਹੀ ਹੈ ਕਿ ਰੇਹੜੀ ਵਾਲੇ ਦਾ ਜਿਹੜਾ ਕੰਡੇ ਦਾ ਅਗਲਾ ਬਠਲੀਆ ਹੁੰਦਾ ਹੈ, ਉਹ ਚੱਕ ਕੇ ਭੱਜ ਜਾਂਦੇ ਤੇ ਉਹ ਵਿਚਾਰਾ ਜੱਫੀ ਜੁੱਫੀ ਪਾ ਕੇ ਮੂੰਹ ਵੀ ਨੇੜੇ ਕਰਕੇ ਬੁਲਾਉਣ ਦੀ ਕੋਸ਼ਿਸ਼ ਕਰਦਾ, ਭਾਈ ਜਿਹੜੇ 2 ਪੈਸੇ ਲੈਣੇ ਆ ਲੈ ਲਓ, ਖਹਿੜਾ ਛੱਡ ਦਿਓ, ਪਰ ਉਹ ਚਲੇ ਜਾਂਦੇ ਨੇ। ਤੇ ਸਭ ਤੋਂ ਚਰਚਾ ਜਿਹੜੀ ਹੋਈ ਹੈ ਉਹ ਹੋਈ ਹੈ ਥਾਣੇਦਾਰ ਜਿਹੜਾ ਜੀ ਫਗਵਾੜੇ ਦਾ, ਕਿਉਂਕਿ ਫਲੋਰ ਤੋਂ ਫਗਵਾੜਾ ਬਾਹਲੀ ਦੂਰ ਨਹੀਂ, ਤੇ ਉਹ ਮਾਰਦਾ ਜੀ ਠੁੱਡਾ। ਮਿਰਚਾਂ ਉਡਾ ਦਿੰਦੇ ਆ ਲੋਕ, ਇਹ ਕਹਿਣ ਲੱਗ ਪਏ ਕਿ ਸ਼ਿਮਲਾ ਮਿਰਚ ਦੇ ਭੁਲੇਖੇ ਹਰੀਆਂ ਮਿਰਚਾਂ ਉਡਾ ਬੈਠਾ। ਹੁਣ ਉਹ ਹਰੀਆਂ ਮਿਰਚਾਂ ਤਾਂ ਉਹਨੇ ਹਵਾ 'ਚ ਕੀ ਉਡਾਈਆਂ ਤੇ DGP ਸਾਹਿਬ ਨੇ ਉਹਨੂੰ ਹਵਾ 'ਚ ਕਰਤਾ। ਦੇਖੋ ਦਾਨੇਵਾਲੀਆ ਸਾਹਿਬ, ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਇਹਦੇ ਦੋਨੋਂ ਪੱਖ ਹੀ ਹੈ। ਮੈਨੂੰ ਵੀ ਕੱਲ ਬਹੁਤ ਭੈੜਾ ਲੱਗਿਆ ਸੀ ਜਦੋਂ ਮੈਂ ਉਹ ਵੀਡੀਓ ਦੇਖੀ ਸੀ, ਔਰ ਹੋਰ ਲੋਕਾਂ ਨੂੰ ਵੀ ਬਹੁਤ ਭੈੜਾ ਲੱਗਿਆ, ਕਿਉਂਕਿ ਇੰਸਪੈਕਟਰ ਸਾਹਿਬ ਹੈ, ਉਹ ਗੱਡੀ ਤੇ ਆਉਂਦੇ ਹੈ, ਆਸਾ ਨਹੀਂ ਦੇਖਦੇ, ਪਾਸਾ ਨਹੀਂ ਦੇਖਦੇ, ਤੇ ਇੰਸਪੈਕਟਰ ਸਾਹਿਬ ਆਪਣੀ ਐਨ ਪੂਰੀ ਪੁਲਿਸੀਆ ਫੋਰਮ ਦੇ ਵਿੱਚ ਆਉਂਦੇ ਆ। ਸਾਰ ਕਈ ਆਮ ਤੌਰ 'ਤੇ ਬੰਦਿਆਂ ਦੇ ਤਾਂ ਲੱਪੜ ਮਾਰਦੇ ਦੇਖਿਆ, ਲੱਤਾਂ ਮਾਰਦੇ ਵੀ ਦੇਖਿਆ, ਡਾਂਗਾ ਮਾਰਦੇ ਵੀ ਦੇਖਿਆ, ਤੇ ਜਿਹੜੀਆਂ ਬੇਜਾਨ ਮਿਰਚਾਂ ਹੈ ਜਾਂ ਕੋਈ ਹੋਰ ਫਲ ਫਰੂਟ ਸਬਜ਼ੀ ਵਗੈਰਾ ਪਿਆ, ਉਹਨਾਂ ਨੂੰ ਕੀ ਪਤਾ ਹੈ ਜੀ। ਪਰ ਕਿਉਂਕਿ ਇੰਸਪੈਕਟਰ ਸਾਹਿਬ ਮਤਲਬ ਆਪਣੀ ਆਪ ਦੀ 'ਚ ਆਏ ਸੀ ਤੇ ਉਹਨਾਂ ਨੇ ਦਿਖਾਉਣਾ ਸੀ ਕਿ ਮੈਂ ਹੈਗਾ, ਤੇ ਉਹਨਾਂ ਨੇ ਮਿਰਚਾਂ ਵਾਲੀ ਟੋਕਰੀ ਦੀ ਛੋਟੀ ਜਿਹੀ ਟੋਕਰੀ ਹੈ, ਉਹਦੇ ਜਦੋਂ ਪਸੇਰੀ ਵੀ ਨਹੀਂ ਹੋਣੀਆਂ, ਘੱਟ ਹੀ ਹੋਣਗੀਆਂ, ਉਹਦੇ ਵਿੱਚ ਜਦੋਂ ਉਹਨੇ ਲੱਤ ਮਾਰੀ ਤੇ ਉਹ ਕਿਸੇ ਨੇ ਕੈਮਰੇ 'ਚ ਕੈਦ ਕਰ ਲਈ। ਕੈਮਰੇ 'ਚ ਕੈਦ ਕਰਨ ਤੋਂ ਬਾਅਦ ਫਿਰ ਜਿਹੜਾ ਜਿੱਦਾਂ ਤੁਸੀਂ ਕਿਹਾ ਕਿ ਇਸ ਕਿਸਮ ਦੀਆਂ ਤਸਵੀਰਾਂ ਆਉਂਦੀਆਂ ਵਿਚਲਿਤ ਕਰਨ ਵਾਲੀਆਂ ਜੀ, ਕਿਸੇ ਸੱਜਣ ਵਿਚਲਿਤ ਤਾਂ ਬਹੁਤ ਸਾਰੇ ਸੱਜਣ ਹੋਏ, ਲੇਕਿਨ ਇੱਕ ਖੁਸ਼ਪ੍ਰੀਤ ਸਿੰਘ ਬਰਾੜ ਹੈ ਜੀ। ਖੁਸ਼ਪ੍ਰੀਤ ਸਿੰਘ ਹੈ ਜਾਂ ਇਕੱਲੇ ਖੁਸ਼ਪ੍ਰੀਤ ਹੈ, ਖੁਸ਼ਪ੍ਰੀਤ ਬਰਾੜ ਹੈ, ਸਿੰਘ ਹੈ ਜਾਂ ਮੇਲ ਹੈ ਜਾਂ ਫੀਮੇਲ ਹੈ, ਮੈਨੂੰ ਨਹੀਂ ਇਹ ਪਤਾ, ਕਿਉਂਕਿ ਸਿੰਘ ਨਹੀਂ ਪਾਇਆ ਹੋਇਆ, ਇਕੱਲਾ ਖੁਸ਼ਪ੍ਰੀਤ ਬਰਾੜ ਪਾਇਆ। ਖੁਸ਼ਪ੍ਰੀਤ ਬਰਾੜ ਨੇ ਆਪਣੇ ਟਵਿੱਟਰ ਦੇ ਉੱਤੇ ਜੀ ਇੱਕ ਪੋਸਟ ਪਾਈ ਤੇ ਉਹਨਾਂ ਨੇ ਕਿਹਾ ਵੀ ਆ ਤਾਂ ਬਹੁਤ ਜਿਹੜੀ ਹੈ ਨਾ ਹੱਦ ਹੋ ਗਈ ਜੀ, ਐਡਾ ਭੈੜਾ ਤਾਂ ਕਦੇ ਜ਼ਿੰਦਗੀ 'ਚ ਦੇਖਿਆ ਨਹੀਂ, ਇੰਨੀ ਜਿਹੜੀ ਹੈਗੀ ਜ਼ਿਆਦਤੀ, ਧੱਕਾ ਬਹੁਤ। ਉਹ ਟਵਿੱਟਰ ਜਿਹੜਾ ਹੈਗਾ ਜੀ ਨੋਟ ਕੀਤਾ DGP ਸਾਹਿਬ ਨੇ ਜੀ, ਤੇ DGP ਸਾਹਿਬ ਨੇ ਨਾਲ ਦੀ ਨਾਲ ਹੀ ਇਨਫੋਰਮ ਕੀਤਾ ਕਿ ਮੈਂ ਹੁਕਮ ਕਰਤਾ ਇਹਨੂੰ ਸਸਪੈਂਡ ਕਰ ਦਿਓ ਜੀ। ਉੱਥੇ ਕਿਉਂਕਿ ਇਹ ਜ਼ਿਲ੍ਹਾ ਫਗਵਾੜਾ ਮੇਰਾ ਖਿਆਲ ਹੈ ਕਪੂਰਥਲੇ 'ਚ ਹੈ ਜੀ, ਬੀਬੀ ਲੱਗੀ ਵੀ ਹੈ ਉੱਥੇ, ਆਪਣੇ SSP ਲੱਗੀ ਹੈ, ਬੀਬੀ ਮੈਡਮ ਹੈਗੀ ਹਾਂਜੀ, ਕਿਉਂਕਿ ਬੀਬੀ ਮੈਡਮ ਜਿਹੜੀ ਹੈ, ਜਿਹੜੇ DGP ਸਾਹਿਬ ਉਹਨਾਂ ਨੇ ਹੁਕਮ ਕਰਤਾ, ਹੁਕਮ ਨੂੰ ਇੰਪਲੀਮੈਂਟ ਕਰਨਾ ਹੈ SSP ਨੇ ਜੀ। SSP ਨੇ ਨਾਲ ਦੀ ਨਾਲ ਹੀ ਉਸ ਹੁਕਮ ਨੂੰ ਇੰਪਲੀਮੈਂਟ ਕਰਤਾ ਤੇ ਆਰਡਰ ਉਹਨਾਂ ਨੇ ਕਰਤੇ। ਕਮਰਦੀਪ ਕੌਰ ਨੇ ਉਹ ਜਿਹੜਾ ਹੈਗਾ ਇੰਪਲੀਮੈਂਟ ਕਰਤਾ। ਹੁਣ ਸਵਾਲ ਇਹ ਪੈਦਾ ਹੁੰਦਾ ਹੈ
ਤੁਸੀਂ ਫਗਵਾੜੇ ਦੀ ਗੱਲ ਕੀਤੀ ਹੈ, ਤੁਸੀਂ ਫਲੌਰ ਦੀ ਗੱਲ ਕੀਤੀ ਹੈ, ਆਲੇ ਦੁਆਲੇ ਨਾਲ ਮਿਲਦੇ ਜੁਲਦੇ ਹੈ ਜੀ ਜੀ ਬਿਲਕੁਲ ਕਿ ਇਹ ਪਾਰਟੀਕੂਲਰ ਉਸ ਇਲਾਕੇ ਦੇ ਵਿੱਚ ਹੀ ਇੰਨੀ ਮਤਲਬ ਜਿਹੜੀ ਹੈ ਦਾਦਾਗਿਰੀ ਕਿਉਂ? ਕਿਉਂਕਿ ਜਿਹੜੀ ਚੀਜ਼ ਸੋਸ਼ਲ ਮੀਡੀਆ ਦੇ ਉੱਤੇ ਆ ਗਈ, ਡੀਜੀਪੀ ਦੇ ਧਿਆਨ 'ਚ ਆ ਗਈ। ਜੀ ਜੀ ਮੰਨ ਲੈਨੇ ਆਪਾਂ ਖੁਸ਼ਪ੍ਰੀਤ ਬਰਾੜ ਹੋਰਾਂ ਨੇ ਉਹ ਮੈਡਮ ਨੂੰ ਨਾ ਭੇਜਿਆ ਹੋਵੇ, ਕਮਰਦੀਪ ਹੋਰਾਂ ਨੂੰ, ਲੇਕਿਨ ਸੋਸ਼ਲ ਮੀਡੀਆ ਦੇ ਉੱਤੇ ਤਾਂ ਬਹੁਤ ਕੁਝ ਹੋ ਜਾਂਦਾ ਤੇ ਪੁਲਿਸ ਦਾ ਤਾਂ ਇੱਕ IT ਸੈੱਲ ਬਣਿਆ ਹੋਇਆ। ਬਿਲਕੁਲ ਬਿਲਕੁਲ ਜੀ ਹਾਂ। IT ਸੈੱਲ ਵਾਲਿਆਂ ਨੇ ਸਾਰਾ ਕੁਝ ਜੋ ਜਿਹੜੀਆਂ ਜਿੰਨੀਆਂ ਇਸ ਕਿਸਮ ਦੇ ਕੋਈ ਹੈਗੀਆਂ ਵੀਡੀਓ ਵਗੈਰਾ ਆਉਂਦੀਆਂ ਦੇਖੀਆਂ ਜਾਂਦੀਆਂ, ਦੇਖਣ ਤੋਂ ਬਾਅਦ ਇਨਫੋਰਮ ਕੀਤਾ ਜਾਂਦਾ ਹੈ। ਕੀ ਉਹਨਾਂ ਨੂੰ ਪ੍ਰੋਪਰ ਇਨਫੋਰਮ ਨਹੀਂ ਸੀ ਹੋਇਆ ਜੀ? ਜਾਂ ਤਾਂ ਇਹ ਇੱਕ ਵਿਸ਼ਾ ਇਹ ਵੀ ਪੜਤਾਲ ਦਾ ਕਰਨ, ਤੇ ਜੇ ਹੋ ਗਿਆ ਸੀ ਤਾਂ ਫਿਰ ਉਹਨਾਂ ਨੇ ਕਾਰਵਾਈ ਕਿਉਂ ਨਹੀਂ ਕੀਤੀ? ਜੀ ਅੱਜ ਜਿਹੜੀ ਹੈਗੀ ਹੈ ਫਿਰ ਇੱਕ ਹੋਰ ਵੀਡੀਓ ਆ ਗਈ ਇੰਸਪੈਕਟਰ ਸਾਹਿਬ ਦੀ। ਜੀ ਉਹ ਕਹਿੰਦੇ ਜੀ ਸਾਨੂੰ ਸਖਤ ਹਦਾਇਤਾਂ ਹੈ ਵੀ ਇਕੱਠ ਨਹੀਂ ਹੋਣ ਦੇਣਾ। ਅੱਛਾ ਜੀ। COVID-19 ਦਾ ਜਿਹੜਾ ਪ੍ਰੋਟੋਕੋਲ ਉਹਦੇ ਮੁਤਾਬਕ ਜਿੱਥੇ ਕਹਿੰਦੇ ਲੋਕ ਸਬਜ਼ੀਆਂ ਵਗੈਰਾ ਵੇਚਦੇ, ਇਹਨਾਂ ਨੂੰ ਇਹ ਕਿਹਾ ਸੀ ਵੀ ਤੁਸੀਂ ਇੱਕ ਥਾਂ ਬੈਠ ਕੇ ਨਾ ਵੇਚੋ, ਤੁਸੀਂ ਨਿਕਲ ਜਾਓ ਮਹੱਲਿਆਂ 'ਚ, ਇਕੱਲੇ ਜਾ ਕੇ ਤੁਸੀਂ ਤੁਰ ਫਿਰ ਕੇ ਵੇਚੋ, ਇੱਕ ਥਾਂ ਤੇ ਬੈਠੋ ਨਾ। ਜੇ ਉੱਥੇ ਆਉਂਦੇ ਇਕੱਠ ਹੁੰਦਾ, ਭੀੜ ਜੁੜਦੀ ਹੈ ਤੇ ਉਸ ਭੀੜ ਦੇ ਨਾਲ ਜਿਹੜਾ ਹੈਗਾ ਇਹ ਪ੍ਰੋਟੋਕੋਲ ਦੀ ਉਲੰਘਣਾ ਹੁੰਦੀ ਹੈ। ਇੱਕ ਬੰਦੇ ਤੋਂ 10-12 ਬੰਦਿਆਂ ਨੂੰ ਇਹ ਲੱਗ ਜਾਂਦਾ, ਇਹ ਗੱਲ ਠੀਕ ਨਹੀਂ। ਕਹਿੰਦੇ ਜੀ ਅਸੀਂ ਇਹਨਾਂ ਨੂੰ ਵਾਰ-ਵਾਰ ਕਹਿੰਦੇ ਸੀ, ਨਹੀਂ ਸੀ ਇਹਦੇ। ਕੁਝ ਦਿਨਾਂ ਦੇ ਵਿੱਚ ਕਹਿੰਦੇ ਵੀ ਅਸੀਂ ਪਿਛਲੇ ਦਿਨਾਂ ਦੇ ਵਿੱਚ ਕੁਝ ਉਹਨਾਂ ਬੰਦਿਆਂ ਦਾ ਟੈਸਟ ਵੀ ਕਰਵਾਏ ਜੀ। ਟੈਸਟ ਦੇ ਵਿੱਚ ਕੁਝ ਪੋਜ਼ਿਟਿਵ ਵੀ ਆ ਗਈ। ਪੋਜ਼ਿਟਿਵ ਆਉਣ ਤੋਂ ਬਾਅਦ ਫਿਰ ਕਿਹਾ ਵੀ ਤੁਸੀਂ ਗੱਲ ਕਰ ਲਓ। ਗਰੀਬ ਬੰਦੇ ਆ ਜੀ, ਉਹਨਾਂ ਨੇ ਰੋਜੀ ਰੋਟੀ ਕਮਾਉਣੀ ਹੈ। ਉਹਨਾਂ ਨੂੰ ਜਿਵੇਂ ਅੱਜ ਤੁਸੀਂ ਦੇਖਿਆ ਹੋਣਾ ਵੀ ਕਿਸਾਨ ਵੀ ਵਾਰ-ਵਾਰ ਕਹਿ ਰਹੇ ਹੈ ਕਿ ਸਾਨੂੰ ਕਰੋਨੇ ਤੋਂ ਨਹੀਂ ਡਰ, ਕਰੋਨੇ ਨਾਲੋਂ ਭੈੜਾ ਖਤਰਨਾਕ ਜਿਹੜੇ ਹੈਗੇ 3 ਕਾਲੇ ਕਾਨੂੰਨ ਹੈ। ਉਹਨਾਂ ਨੂੰ ਹੁਣ ਉਹਨਾਂ ਨੂੰ ਕਰੋਨਾ ਖਤਰਨਾਕ ਨਹੀਂ ਲੱਗਦਾ, ਉਹਨਾਂ ਦੀ ਜਿਹੜੀ ਭੁੱਖ ਹੈ, ਪਰਿਵਾਰਾਂ ਦੀ ਭੁੱਖ ਹੈ, ਉਹ ਜ਼ਿਆਦਾ ਖਤਰਨਾਕ ਕਰਦੀ ਹੈ ਵੀ ਕਰੋਨੇ ਨਾਲ ਤਾਂ ਜਦੋਂ ਮਰਾਂਗੇ ਤੇ ਸਾਡੇ ਬੱਚੇ ਰੋਲਣਗੇ। ਉਹਨਾਂ ਵਿਚਾਰਿਆਂ ਨੂੰ ਇੰਨੀ ਸੋਝੀ ਹੈ ਨਹੀਂ, ਸਮਝ ਹੈ ਨਹੀਂ। ਇੰਸਪੈਕਟਰ ਜਿਹੜਾ ਹੈਗਾ ਇੱਕ ਪੜ੍ਹਿਆ ਲਿਖਿਆ ਸ਼ਖਸ ਹੁੰਦਾ ਹੈ, ਜੇ ਕਰਨਾ ਕੁਛ ਤਾਂ ਉਹਨੂੰ ਚਾਹੀਦਾ ਸੀ ਉਹਨਾਂ ਨੂੰ ਰਾਉਂਡ ਅਪ ਕਰਦੇ, ਉਹਨਾਂ ਨੂੰ ਗ੍ਰਿਫਤਾਰ ਕਰਦੇ, 188 'ਚ ਬੰਦ ਕਰ ਦਿੰਦੇ। ਤੁਸੀਂ ਆਹ ਕੀਤਾ, ਇਹ ਕੀਤਾ। ਮੇਰਾ ਖਿਆਲ ਉਹ ਸੀ ਜਿਹੜੀ ਗੈਰ ਮਨੁੱਖੀ ਪਹੁੰਚ ਅਪਣਾਈ ਹੈ, ਨਹੀਂ ਸੀ ਅਪਣਾਉਣੀ ਜੀ ਜੀ। ਔਰ ਇਹਦੇ 'ਚ ਉਹਨੇ ਕਿਹਾ ਜੀ ਮੈਨੂੰ ਤਾਂ ਅਜੇ ਤੱਕ ਅਫਸਰਾਂ ਨੇ ਪੁੱਛਿਆ ਹੀ ਨਹੀਂ, ਜਦੋਂ ਅਫਸਰ ਪੁੱਛਣਗੇ ਮੈਂ ਦੱਸ ਦੂੰਗਾ। ਇਹਦੇ ਵਿੱਚ ਵੀ ਸੋਸ਼ਲ ਮੀਡੀਆ ਤੇ ਆਪਣੇ ਕਈ ਬੰਦੇ ਮਤਲਬ ਪਾਈ ਜਾਂਦੇ ਆ, ਦੇਖੋ ਜੀ ਇਹਨੂੰ ਤਾਂ ਅਜੇ ਤੱਕ ਪੁੱਛਿਆ ਹੀ ਨਹੀਂ। ਜਦੋਂ ਉਹਨੂੰ ਸਸਪੈਂਡ ਕਰਤਾ, ਉਹਦੀ ਬਕਾਇਦਾ ਇਨਕੁਆਇਰੀ ਹੋਊਗੀ, ਡਿਪਾਰਟਮੈਂਟਲ ਹੋਊਗੀ, ਉਦੋਂ ਉਹਨੂੰ ਬੁਲਾਇਆ ਜਾਊਗਾ। ਉਹਦੇ ਚਾਹੀਦੇ ਤਾਂ ਵੈਸੇ ਆਪਾਂ ਨੂੰ ਕਿੰਤੂ ਪਰੰਤੂ ਕਰਨ ਦੀ ਲੋੜ ਕੋਈ ਨਹੀਂ। ਪਰ ਜਿਸ ਢੰਗ ਦੇ ਨਾਲ ਇਹਦੇ 'ਚ ਹੁਣ ਇਹ ਵੀ ਦੇਖਣਾ ਪੈਣਾ ਕਿ ਹੁਣ ਚੀਫ ਮਿਨਿਸਟਰ ਨੇ DGP ਨੂੰ ਬੁਲਾ ਲਿਆ, ਸਖਤੀ ਨਾਲ ਗੱਲ ਕਰੋ ਜੀ। ਚੀਫ ਮਿਨਿਸਟਰ ਦੇ ਤੇ ਪ੍ਰੈਸ਼ਰ ਬਿਲਡ ਹੋ ਰਿਹਾ। ਬਿਲਕੁਲ। ਕੱਲ ਮੀਟਿੰਗ ਹੋਈ ਹੈ ਕੈਬਨਿਟ ਦੀ, ਉਹ ਤੋਂ ਪਹਿਲਾਂ ਵੀ ਕੈਬਨਿਟ ਦੀਆਂ ਮੀਟਿੰਗਾਂ ਹੋਈਆਂ। ਜਿਹੜਾ ਹੈਲਥ ਮਿਨਿਸਟਰ ਹੈ ਬਲਬੀਰ ਸਿੰਘ ਸਿੱਧੂ, ਉਹ ਵਾਰ-ਵਾਰ ਕਹਿ ਰਿਹਾ ਜੀ ਲਾਕਡਾਊਨ ਲਾ ਦਿਓ। ਤੁਸੀਂ ਦੇਖਿਆ ਹੋਣਾ ਅਮਰੀਕਨ ਪ੍ਰੈਜ਼ੀਡੈਂਟ ਦੇ ਜਿਹੜੇ ਹੈਲਥ ਐਡਵਾਈਜ਼ਰ ਹੈ ਮਿਸਟਰ ਫਾਊਚੀ, ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਜੇ ਤੁਸੀਂ ਇਹ ਭਾਰਤ ਨੂੰ ਤਾਂ ਲਾਕਡਾਊਨ ਦੀਆਂ ਦੁਨੀਆ ਭਰ ਚੋਂ ਨਸੀਹਤਾਂ ਆ ਰਹੀਆਂ ਵੀ ਜੇ ਤੁਸੀਂ ਬਚਣਾ ਲਾਕਡਾਊਨ ਲਾ ਦਿਓ। ਜੋ ਗਲਤੀ ਪਹਿਲਾਂ ਮਤਲਬ ਟਰੰਪ ਨੇ ਕੀਤੀ ਸੀ, ਪਹਿਲਾਂ ਆਪਾਂ ਐਡਵਾਂਸ ਲਾਤੀ ਸੀ, ਹੁਣ ਆਪਾਂ ਲਾਕਡਾਊਨ ਕੀਤਾ ਨਹੀਂ ਸੀ। ਉਹ ਕਹਿੰਦੇ ਵੀ ਲਾਕਡਾਊਨ ਤੋਂ ਬਗੈਰ ਕੋਈ ਗੱਲ ਬਣਦੀ ਨਹੀਂ ਜੀ। ਪਰ ਹੁਣ ਜੋ ਲਾਕਡਾਊਨ ਦੀ ਗੱਲ ਕਰਦੇ ਹਾਂ ਆਪਾਂ, ਤਜਰਬੇ ਬੜੇ ਚੀਜ਼, ਤੁਹਾਡਾ ਵੀ ਹੈਗਾ ਤਜਰਬਾ, ਮੇਰਾ ਵੀ ਹੈ। ਜੋ ਪਿਛਲੀ ਵਾਰੀ ਲਾਕਆਊਟ ਹੋਇਆ ਸੀ, ਉਸ ਲਾਕਆਊਟ ਵੇਲੇ ਕਹਿੰਦੇ ਸਭ ਕੁਝ ਬੰਦ ਕਰ ਦਿਓ, ਸਾਰਾ ਕੁਝ ਬੰਦ ਹੋ ਗਿਆ ਸੀ, ਲੇਕਿਨ ਸ਼ਰਾਬ ਦੇ ਕਾਰੋਬਾਰੀਆਂ ਦਾ ਕਾਰੋਬਾਰ ਬੰਦ ਨਹੀਂ ਸੀ ਹੋਇਆ। ਬਿਲਕੁਲ। ਉਹਨਾਂ ਦੀ ਕਿਉਂਕਿ ਇੱਕ ਸਿਸਟਮ ਹੈ, ਜਿਹੜਾ ਹੈਗਾ ਜਿੰਨੇ ਮਰਜ਼ੀ ਪੋਲੀਟੀਕਲ ਬੰਦੇ ਕਰ ਲੈਣ, ਉੱਪਰਲੇ ਕਰ ਲੈਣ, ਇੱਕ ਸਿਸਟਮ ਹੈ ਜਿਹੜਾ ਹੇਠਲੇ ਪੱਧਰ ਤੇ ਬਣਿਆ ਹੁੰਦਾ ਹੈ। ਹੇਠਲੀ ਮਸ਼ੀਨਰੀ ਦੇ ਨਾਲ ਉਹਨਾਂ ਦਾ ਤਾਲਮੇਲ ਹੁੰਦਾ ਹੈ ਜੀ। ਔਰ ਪਹਿਲਾਂ ਵੀ ਆਪਾਂ ਦੇਖਿਆ ਹੈ ਇੱਥੇ ਜਿਹੜੇ ਆ ਵੱਡੇ ਵੱਡੇ ਕਾਰੋਬਾਰੀ ਹੈ, ਉਹ MLA ਵੀ ਬਣ ਜਾਂਦੇ, ਉਹਨਾਂ ਦੀਆਂ ਸ਼ਰਾਬਾਂ ਦੀਆਂ ਫੈਕਟਰੀਆਂ ਵੀ ਆ, ਉਹ ਠੇਕੇਦਾਰ ਵੀ ਹੈ, ਸਾਰਾ ਕੁਝ ਹੀ ਹੈ। ਤੇ ਜਦੋਂ ਮਤਲਬ ਹੈ ਵੀ ਕੋਈ ਜਿਹੜਾ ਸਰਕਾਰੀ ਤੰਤਰ ਦਾ ਵੱਡਾ ਅਧਿਕਾਰੀ ਆਉਂਦਾ ਹੈ, ਉਸ ਅਧਿਕਾਰੀ ਨੂੰ ਆਉਂਦਿਆਂ ਸਾਰੀ ਠੰਡਾ ਕਰਨ ਵਾਸਤੇ ਵੱਡੀਆਂ ਫਾਰਚੂਨਰ ਗੱਡੀਆਂ ਦੇ ਦਿੱਤੀਆਂ ਜਾਂਦੀਆਂ। ਜਦੋਂ ਵੱਡੇ ਅਫਸਰਾਂ ਨੂੰ ਫਾਰਚੂਨਰ ਗੱਡੀਆਂ ਮਿਲ ਜਾਂਦੀਆਂ ਤੇ ਥੱਲੇ ਸਿਪਾਹੀਆਂ, ਹੌਲਦਾਰਾਂ, ASIਆਂ ਦੀ ਕੀ ਪਹੁੰਚ ਹੈ ਜੀ। ਬਿਲਕੁਲ। ਉੱਪਰੋਂ ਸਰਕਾਰ ਦਾ ਹੁਕਮ ਹੈ ਕਿ ਤੁਸੀਂ ਸਾਰਾ ਕੁਝ ਬੰਦ ਕਰ ਦਿਓ, ਕਹਿੰਦੇ ਜੀ ਕਰਤਾ ਬੰਦ, ਕਾਗਜ਼ਾਂ ਪੱਤਰਾਂ 'ਚ ਬੰਦ ਹੋਇਆ। ਲੇਕਿਨ ਜਿੰਨੀ ਕਮਾਈ ਪਿਛਲੇ ਲਾਕਡਾਊਨ ਦੇ ਵਿੱਚ ਠੇਕੇਦਾਰਾਂ ਨੇ ਹੋਈ ਹੈ, ਨਾਲੇ ਸਰਕਾਰ ਤੋਂ ਪੈਸੇ ਲੈ ਗਏ, ਸਰਕਾਰ ਤੋਂ ਰਾਇਤ ਵੀ ਲੈ ਗਏ, ਰੇਟ ਵੀ ਡੂਢੇ ਕਰਤੇ। ਆ ਹੁਣ ਵੀ ਦੇਖ ਲਓ, ਕਾਲੀ ਕਮਾਈ ਵੀ ਪੂਰੀ ਕੀਤੀ, ਪੈਸਾ ਜਮ੍ਹਾਂ ਕੀਤਾ, ਸਰਕਾਰ ਨੂੰ ਦੇਣ ਦੀ ਬਜਾਏ ਜਿਹੜਾ ਸਰਕਾਰ ਤੋਂ ਪੁੱਠਾ ਲਿਆ। ਔਰ ਜਿਹੜੇ ਸਰਕਾਰ ਦੇ ਵਿੱਚ ਉਹਨਾਂ ਦੇ ਹਮਦਰਦ ਬੈਠੇ ਆ, ਉਹਨਾਂ ਨੇ ਕਿਹਾ ਜੀ ਦੇਖੋ ਮਾਰੇ ਗਏ ਪੱਟੇ ਗਏ, ਹੁਣ ਇਹ ਕਾਰੋਬਾਰ ਕਿਵੇਂ ਚੱਲੂਗਾ ਜੀ ਜੀ। ਉਹ ਸੀ ਐਤਕੀ ਜਿਹੜਾ ਇਹਨਾਂ ਨੂੰ ਕਿਹਾ ਵੀ ਤੁਸੀਂ ਯਾਰ ਖੋਲ ਲਓ। ਮੇਰੇ ਖਿਆਲ ਮੁਤਾਬਕ ਮੈਂ ਤਾਂ ਉਸ ਫੈਸਲੇ ਨੂੰ ਸਮਝਦਾ ਠੀਕ ਜੀ। ਉਂਝ ਤਾਂ ਭਾਵੇਂ ਸ਼ਰਾਬ ਜਾਂ ਨਸ਼ਾ ਕੋਈ ਵੀ ਉਹ ਗੱਲ ਠੀਕ ਨਹੀਂ। ਔਰ ਜਿਹੜੇ ਆਮ ਦੂਜੇ ਦੁਕਾਨਦਾਰ ਉਹ ਵੀ ਪਿੱਟਦੇ ਆ ਵੀ ਸ਼ਰਾਬ ਵਾਲਿਆਂ ਨੂੰ ਖੁੱਲੀ ਛੁੱਟੀ ਕਿਉਂ ਦੇਤੀ, ਵੀ ਘੱਟੋ ਘੱਟ ਹੈ ਉਹਨਾਂ ਤੋਂ ਜਿਹੜਾ ਰੈਵਨਿਊ ਤਾਂ ਆਪਦਾ ਲੈ ਲੈਣਗੇ ਨਾ, ਉਹਨਾਂ ਨੂੰ ਕੋਲੋਂ ਤਾਂ ਨਾ ਦੇਣਾ ਪਊ, ਨਹੀਂ ਕੋਲੋਂ ਦੇਣਾ ਪੈਣਾ ਸੀ। ਸਿਸਟਮ ਸਾਡਾ ਇੰਨਾ ਦਾਨੇ ਵਾਲੀਆ ਸਾਹਿਬ ਸਿਸਟਮ ਇੰਨਾ ਸਾਡਾ ਚਰਮਰਾ ਗਿਆ, ਤੁਸੀਂ ਇਹਨੂੰ ਕੀ ਕਰੋਗੇ। ਮੈਂ ਤੁਹਾਡੇ ਨਾਲ ਆਫ ਦੀ ਏਅਰ ਵੀ ਗੱਲ ਕੀਤੀ ਸੀ। ਹੁਣ ਮੈਨੂੰ 2 ਥਾਵਾਂ ਤੋਂ, 2 ਪੰਜਾਬ ਦੇ ਨਾਲ ਸਾਡੇ ਰਾਜਸਥਾਨ ਲੱਗਦਾ ਜੀ, ਇਧਰਲੇ ਪਾਸੇ ਸਾਡੇ ਹਰਿਆਣਾ ਲੱਗਦਾ। ਰਾਜਸਥਾਨ ਦੇ ਵਿੱਚੋਂ ਇੱਕ ਮੁੰਡੇ ਦਾ ਮੈਨੂੰ ਮੈਸੇਜ ਆਉਂਦਾ ਹੈ, ਨਵਜੋਤ ਉਹਦਾ ਨਾਂ ਹੈ,
ਔਰ ਉਹ ਬੰਦੇ ਦੀ ਜਿਹੜੀ ਹੈਗੀ ਨੇੜਤਾ ਕਾਂਗਰਸ ਪਾਰਟੀ ਨਾਲ ਵੀ ਜੀ। ਉਹ ਮੁੰਡੇ ਨੇ ਮੈਨੂੰ ਦੱਸੀ ਗੱਲ, ਕਹਿੰਦਾ ਜੀ ਹਾਲਤ ਇਹ ਹੈ ਕਿ ਸਾਡੇ ਜਿੰਨੀ ਪੰਜਾਬ 'ਚ ਸਿਆਸੀ ਦਖਲਅੰਦਾਜ਼ੀ ਹੈ ਉਨੀ ਤਾਂ ਇੱਥੇ ਸਾਡੇ ਹੈ ਨਹੀਂ ਉਨੀ ਤਾਂ ਹੈ ਨਹੀਂ। ਔਰ ਵਿਤਕਰਾ ਜਿਵੇਂ ਪੰਜਾਬ ਨਾਲ ਹੁੰਦਾ ਕਿਉਂਕਿ ਇੱਥੇ ਕਾਂਗਰਸ ਦੀ ਸਰਕਾਰ ਹੈ ਤੇ ਉੱਥੇ ਵੀ ਕਾਂਗਰਸ ਦੀ ਸਰਕਾਰ ਹੈ। ਜੀ। ਅੱਜ ਵੀ ਬਲਬੀਰ ਸਿੱਧੂ ਦੀ ਸਟੇਟਮੈਂਟ ਆਈ ਹੈ ਕਿ ਸਾਨੂੰ ਵੈਕਸੀਨ ਜਿਹੜੀ ਮਿਲਣੀ ਚਾਹੀਦੀ ਹੈ ਉਨੀ ਨਹੀਂ ਮਿਲ ਰਹੀ। ਹਰਿਆਣੇ ਨੂੰ ਵੀ ਵੈਕਸੀਨ ਨਹੀਂ ਮਿਲਦੀ, ਰਾਜਸਥਾਨ ਨੂੰ ਵੀ ਵੈਕਸੀਨ ਨਹੀਂ ਮਿਲਦੀ, ਹਰਿਆਣੇ ਨੂੰ ਤਾਂ ਮਿਲਦੀ ਹੈ। ਜੀ। ਰਾਜਸਥਾਨ ਦਾ ਜਿਹੜਾ ਹੈਗਾ ਚੀਫ ਮਿਨਿਸਟਰ ਮਿਸਟਰ ਗਹਿਲੋਤ ਔਰ ਉਹਦੀ ਵਾਈਫ, ਉਹ ਦੋਨੋਂ ਪੋਜ਼ਿਟਿਵ ਹੋ ਗਏ। ਜੀ। ਉਹ ਕਹਿੰਦੇ ਜੀ ਪਹਿਲੇ ਸ਼ੁਰੂ ਦੇ ਵਿੱਚ ਤਾਂ ਇਹ ਸੀਗਾ ਕਿ ਜਿਹੜੀ ਹੈਗੀ ਹੈ 45 ਤੋਂ ਲੈ ਕੇ 65 ਸਾਲ ਤੱਕ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਲਾਉਣੀ ਹੈ, ਉਹਨਾਂ ਨੂੰ ਲੱਗਣ ਲੱਗ ਗਈ। ਫਿਰ ਇਹ ਆ ਗਿਆ ਵੀ ਹੇਠਲਿਆਂ ਨੂੰ ਲਾਉਣੀ ਹੈ। ਜੀ। ਹੁਣ ਉਹ ਮੁੰਡੇ ਨੇ ਮੈਨੂੰ ਦੱਸੀ ਜੀ, ਕਹਿੰਦਾ ਬਹੁਤ ਸਾਰੇ ਬਜ਼ੁਰਗ ਉਹ ਆ ਜਿਨ੍ਹਾਂ ਨੂੰ ਇੱਕ ਹੀ ਅਜੇ ਤੱਕ ਡੋਜ਼ ਮਿਲੀ ਹੈ। ਜੀ। ਦੂਜਾ ਸ਼ਾਟ ਉਹਨਾਂ ਨੂੰ ਲੱਗਣਾ ਸੀ, ਆ ਨਹੀਂ ਰਹੀ। ਪਰ ਜੇ ਕੋਈ ਪੈਸੇ ਵਾਲਾ ਬੰਦਾ ਹੈਗਾ ਜੀ ਜਾਂ ਕਿਸੇ ਦੇ ਕੋਲ ਕੋਈ ਮਾੜੀ ਮੋਟੀ ਸਿਫਾਰਿਸ਼ ਹੈਗੀ, ਉਹ ਕਹਿੰਦਾ ਨਾਲ ਦੀ ਨਾਲ ਹੀ ਜਿਹੜੇ ਹੈਗੇ ਸਾਡੇ ਸਿਵਲ ਜਿਹੜਾ ਉਹਨਾਂ ਦਾ ਡਿਸਟ੍ਰਿਕਟ ਲੈਵਲ ਦਾ ਅਫਸਰ ਹੈ ਉੱਥੇ ਅਪਰੋਚ ਕਰ ਲੈਂਦੇ। ਉੱਥੇ ਕਹਿੰਦੇ 18-17 ਸਾਲਾਂ ਦੇ ਜਵਾਕਾਂ ਦੇ ਵੀ ਲੱਗੀ ਜਾਂਦੀ। ਦੇਖੋ ਜੀ, ਰਾਜਸਥਾਨ ਦੇ ਵਿੱਚ 3-4 ਥਾਵਾਂ ਤੋਂ ਤਾਂ ਚੋਰੀ ਹੋਈਆਂ ਨੇ ਵੈਕਸੀਨ। ਉਹ ਕਿੱਥੇ ਗਈਆਂ? ਚੋਰੀ ਗਿਆ ਡੱਬਾ ਦੂਜੇ ਪਾਸੇ ਰੱਖਤਾ ਬਸ। ਹਾਂਜੀ ਉਹ ਦਿਖਾਤਾ ਵੀ ਚੋਰੀ ਹੋ ਗਈ। ਬਹੁਤ ਕੁਝ ਹੁੰਦਾ, ਬੜਾ ਕੁਝ ਚੋਰੀ 'ਚ ਪੈ ਜਾਂਦਾ। ਜਿਵੇਂ ਕਈ ਵਾਰੀ ਅੱਗ ਲੱਗ ਜਾਂਦੀ ਹੈ, ਬੀਮੇ ਵਾਲਿਆਂ ਦੀ ਅੱਗ ਲੱਗ ਜਾਂਦੀ ਹੈ, ਆਪਾਂ ਝੁਰੀ ਜਾਂਦੇ ਉਹਨੇ ਵਿਚਾਰੇ ਦਾ ਇੰਨਾ ਨੁਕਸਾਨ ਹੋ ਗਿਆ। ਉਹ ਨਾਲ ਦੀ ਨਾਲ ਨਵਾਂ ਇੱਕ ਨਾ ਲੁਧਿਆਣੇ ਸੀਗਾ ਜੀ, ਸਰਾਭਾ ਨਗਰ ਮਾਰਕੀਟ ਦੇ ਵਿੱਚ। ਮੈਨੂੰ ਯਾਦ ਆ, ਉਹ ਫਿਰ ਸਾਡੇ ਜਦੋਂ ਗੱਲ ਜੀ ਚਰਚਾ ਹੋ ਗਈ ਫੇਰ ਹਟਿਆ। ਉਹਦੀ ਨਾ 98, 99, 91, 92 ਤੱਕ ਹਰ 2 ਸਾਲ ਬਾਅਦ ਅੱਗ ਲੱਗ ਜਾਂਦੀ ਜੀ, ਤੇ ਉਦੋਂ ਵਧੀਆ ਰੈਸਟੋਰੈਂਟ ਬਣਾਉਂਦਾ ਜੀ। ਤੇ ਫਿਰ ਜਦੋਂ ਲਾਲਾ ਹੋ ਗਈ ਫੇਰ ਟਿਕਿਆ, ਤੇ ਉਦੋਂ ਬਾਅਦ ਅੱਜ ਤੱਕ ਅੱਗ ਨਹੀਂ ਲੱਗੀ। ਫਿਰ ਪਤਾ ਲੱਗ ਗਿਆ ਨਾ, ਪਤਾ ਲੱਗ ਗਿਆ। ਹਾਂ। ਇਦਾਂ ਹੀ ਹੁਣ ਜੇ ਆਪਾਂ ਦੇਖੀਏ ਬੜਾ ਕੁਛ ਹੈ ਜਿਹੜਾ ਸਿਸਟਮ ਹੈ ਨਾ, ਸਿਸਟਮ ਦੇ ਵਿੱਚ ਬਹੁਤ ਕੁਛ ਪੁੱਠਾ ਸਿੱਧਾ ਚੱਲਦਾ ਹੈ ਜੀ। ਹੁਣ ਇਹ ਵੀ ਜਿਵੇਂ ਆਪਾਂ ਜ਼ਿਕਰ ਕਰਦੇ ਸੀ ਇੱਧਰੋਂ, ਮੈਂ ਹਰਿਆਣੇ ਦੀ ਗੱਲ ਕਰਦਾ ਸੀ। ਹਰਿਆਣੇ ਦੇ ਵਿੱਚ ਇੱਕ ਸੱਜਣ ਦਾ ਫੋਨ ਆਇਆ ਜੀ। ਉਹ ਕਹਿੰਦੇ ਜੀ ਅਸੀਂ ਕੁਝ ਉਦਮੀ ਬੰਦੇ ਸੀ ਜਿਹੜੇ ਖਾਂਦੇ ਪੀਂਦੇ ਘਰਾਂ ਚੋਂ ਆ ਜੀ। ਅਸੀਂ ਚਾਹੁੰਦੇ ਸੀ ਵੀ ਕੁਛ ਨਾ ਕੁਛ ਆਪਾਂ ਕਰੀਏ ਵੀ ਯਾਰ ਆਕਸੀਜਨ ਦੀ ਇੰਨੀ ਕਮੀ ਪੇਸ਼ੀ ਹੈ ਤੇ ਆਕਸੀਜਨ ਦਾ ਕਿਉਂ ਨਾ ਸਿਰਸੇ ਦੇ ਵਿੱਚ ਆਪਾਂ ਇੱਕ ਪਲਾਂਟ ਹੀ ਲਾ ਦਈਏ ਜੀ। ਉਹ ਕਹਿੰਦੇ ਪਤਾ ਕੀਤਾ ਕਿੰਨੇ ਕੁ ਦਾ ਲੱਗੂ, 30 ਲੱਖ ਰੁਪਏ ਦਾ। ਜਿਨ੍ਹਾਂ ਬੰਦਿਆਂ ਨਾਲ ਗੱਲ ਕੀਤੀ ਉਹ ਕਹਿੰਦੇ 30 ਲੱਖ ਰੁਪਏ ਤਾਂ ਲਾ ਦਿਓਗੇ ਤੇ ਪਲਾਂਟ ਤਾਂ ਤੁਹਾਡਾ ਲੱਗਣਾ ਨਹੀਂ। ਕਹਿੰਦਾ ਮੈਂ ਫੇਰ ਪੁੱਛਿਆ ਵੀ ਕਿਉਂ ਨਹੀਂ ਲੱਗਣਾ? ਉਹ ਕਹਿੰਦੇ ਤੁਸੀਂ ਨਾ ਮਨਜ਼ੂਰੀਆਂ ਵਾਲੇ ਇਹੋ ਜਿਹੇ ਘੁੰਮਣ ਘੇਰੀ 'ਚ ਫਸੋਗੇ, ਤੁਹਾਨੂੰ ਮਨਜ਼ੂਰੀ ਨਹੀਂ ਮਿਲੀ। ਜੀ। ਕਿਉਂਕਿ ਜਿਹੜੇ ਸਿਸਟਮ ਵਾਲੇ ਜਿਹੜੇ ਬੰਦੇ ਨਾ, ਪੋਲੀਟੀਕਲ ਲੀਡਰਸ਼ਿਪ ਕੁਛ ਹੋਰ ਚੀਜ਼ ਹੁੰਦੀ ਹੈ। ਜਿਹੜਾ ਇਹ ਜਿਹੜੇ ਹੈ ਨਾ, ਕਿਵੇਂ ਕਹਾਂਗੇ ਆਪਾਂ, ਤਾਣਾ ਪੇਟਾ ਜਿੰਨਾ ਉਹ ਤਾਣਾ ਪੇਟਾ ਇੰਨਾ ਗੁੰਝਲਦਾਰ ਹੈ ਕਿ ਜੇ ਤਾਂ ਤੁਸੀਂ ਹੱਥ ਰੰਗ ਦਿਓਗੇ ਫਿਰ ਤਾਂ ਸਭ ਕੁਝ ਹੋ ਜੂ, ਤੇ ਨਹੀਂ ਥੋੜਾ ਕੱਖ ਫੇਰ ਵੀ ਨਹੀਂ ਹੋਣ ਦਿੰਦੇ ਢਿੱਲੋਂ ਸਾਹਿਬ। ਮੈਂ ਦੱਸਦਾ, ਇਹਦਾ ਵੀ ਇੱਕ ਬਹੁਤ ਵੱਡੀ ਚੀਜ਼ ਆ, ਤੁਸੀਂ ਨੋਟ ਕਰੋ ਜੀ। ਆ ਜਿਹੜੀ ਕਣਕ ਗਲਦੀ ਆ ਗੋਦਾਮਾਂ 'ਚ, ਹਾਂਜੀ, ਇਹਦੀ ਬੋਲੀ ਦੇਣ ਵਾਲੇ ਪਤਾ ਪੰਜਾਬ 'ਚ ਕਿੰਨੇ ਆ? ਸਾਰੇ 8 ਜਾਣੇ ਜੀ। ਇਹ ਨਵਾਂ ਲਾਇਸੈਂਸ ਹੀ ਨਹੀਂ ਬਣ ਦਿੰਦੇ ਕਿਸੇ ਦਾ। ਅੱਛਾ, ਇਹ ਸਿਰਫ ਲਾਇਸੈਂਸਦਾਰ ਹੀ ਬਣ ਸਕਦੇ ਆ। ਦੇਖੋ, ਨਾਲੇ ਬਰਬਾਦ ਕਣਕ ਦੀ ਬੋਲੀ ਦੇਣ ਵਾਲੇ ਹੀ 8 ਜਾਣੇ ਆ, ਤੇ ਜੇ ਬਰਬਾਦ ਕਣਕ ਦੇ ਵਿੱਚ ਇੰਨੀ ਕਮਾਈ ਆ ਤਾਂ ਫਿਰ ਇਹਦਾ ਲਾਇਸੈਂਸ ਸਮਝ ਲਓ ਵੀ ਕਿਉਂ ਨਹੀਂ ਬਣਨ ਦਿੱਤਾ ਜਾ ਰਿਹਾ। ਉਹ ਇਸੇ ਕਰਕੇ ਨਹੀਂ ਮੇਰੇ ਖਿਆਲ ਬਣਦੇ ਹੋਣਗੇ ਵੀ ਕੋਈ ਹੋਰ ਸ਼ਰੀਕ ਨਾ ਜੰਮ ਪਏ। ਇਹੀ ਹਾਲ ਦੇਖੋ ਆਕਸੀਜਨ ਦਾ। ਫਿਰ ਕਰਦੇ ਕੀ ਹੈ? ਫਿਰ ਉਹ ਕਰਦੇ ਢਿੱਲੋਂ ਸਾਹਿਬ ਇਹ ਹੈ ਵੀ ਜਿਵੇਂ ਤੁਸੀਂ ਇੱਕ ਧੜ ਦੇਖਦੇ ਹੋ ਗੱਟਿਆਂ ਦੀ, ਆਪਣਾ ਸਟੈਗ ਪਿਆ ਬਾਹਰੋਂ ਗਲ ਗਿਆ, ਬਾਹਰੋਂ 5-5 6-6 ਗੱਟੇ ਜਿਹੜੇ ਗਲ ਗਏ, ਉੱਪਰੋਂ 7-8 ਗਲ ਗਏ। ਇਹ ਕੀ ਕਰਦੇ ਆ? ਕਹਿੰਦੇ ਜੀ ਉਹ ਸਾਰਾ ਦਾ ਸਾਰਾ ਕਹਿ ਦਿੰਦੇ ਵੀ ਨਾਟ ਫਿਟ ਫॉर ਹਿਊਮਨ ਕੰਜ਼ੰਪਸ਼ਨ, ਤੇ ਇਹਦੀ ਬਣਦੀ ਹੈ ਜੀ ਮੁਰਗੀਆਂ ਦੀ ਖੁਰਾਕ। ਇਹ ਵੇਚਦੇ ਆ ਸ਼ਰਾਬ ਨੂੰ, ਇਹ ਵੇਚਦੇ ਆ ਸ਼ਰਾਬ ਜਿਹੜੀ ਆ ਦੇਸੀ ਜਿਹੜੀ। ਠੀਕ ਹੈ। ਹੁਣ ਕੀ ਹੈ ਜੀ, ਪਾਸੇ ਤੋਂ ਜਿਵੇਂ ਸਪੋਜ਼ ਕਰੋ ਹੁਣ 22 ਤੇ 2000 ਰੁਪਏ ਕਣਕ ਦਾ ਪਾਇਆ, ਇਹ ਹੋ ਜੂਗੀ ਜੀ ਨਿਲਾਮੀ ਇਹਦੀ 300-350 ਰੁਪਏ। ਠੀਕ ਹੈ ਜੀ, ਕਿਉਂਕਿ ਬਰਬਾਦ ਹੈ। ਹਾਂਜੀ। ਹੁਣ ਪਾਸੇ ਤੋਂ ਜੇ 10 ਮੈਂ ਕਹਿੰਦਾ 10,000 ਗੱਟੇ ਦਾ ਹੀ ਸਟੈਗ ਲਾ ਲਓ, 10,000 ਗੱਟੇ ਦੇ ਵਿੱਚੋਂ ਸਰਦਾਰ ਜੀ ਸਾਰਾ 2,000 ਗੱਟਾ ਬਰਬਾਦ ਹੁੰਦਾ ਹੈ। 8,000 ਕਾਇਮ ਹੈ ਤੇ 8,000 ਉਹੀ 2,000 ਰੁਪਏ ਕਣਕ ਦਾ, ਉਹ ਫਿਰ ਚੱਕੀਆਂ ਤੇ ਜਿਹੜਾ ਆਪਾਂ ਟੱਕ ਸਕਦੇ। ਹੁਣ ਇਹੀ ਆਕਸੀਜਨ ਹੈ ਜੀ। ਆਕਸੀਜਨ ਦੇ ਵਿੱਚ ਪਲਾਂਟ ਕੋਈ ਮਹਿੰਗਾ ਨਹੀਂ, ਪਰ ਇਹਦੀ ਡਰਾਮੇਬਾਜ਼ੀ, ਇਹਦੇ 'ਚ ਇੱਕ ਆਪਾਂ ਨੂੰ ਫਰਕ ਕਰਨਾ ਪੈਣਾ। ਬਹੁਤ ਲੋਕਾਂ ਨੂੰ ਇੱਕ ਚੀਜ਼ ਦਾ ਫਰਕ ਹੈ ਕਿ ਇੱਕ ਪਲਾਂਟ ਹੈ, ਇੱਕ ਬੋਟਲਿੰਗ ਪਲਾਂਟ ਹੈ। ਠੀਕ ਹੈ ਜੀ। ਜਿਹੜੇ ਆਪਣੇ ਬਠਿੰਡੇ ਲੱਗੇ ਆ ਬੋਟਲਿੰਗ ਪਲਾਂਟ ਨੇ, ਇਹ ਸਿਲੰਡਰ ਭਰਦੇ ਆ, ਪਿੱਛੋਂ ਟੈਂਕਰ ਆਉਂਦਾ। ਠੀਕ ਹੈ ਜੀ। ਹੁਣ ਜਿਹੜੇ ਵੱਡੀਆਂ ਫਰਮਾਂ ਨੇ, ਜਿਵੇਂ ਆਪਣੇ ਇੱਥੇ ਤੁਹਾਡੀ HPCL ਹੈ ਆਪਣੀ ਰਿਫਾਈਨਰੀ, ਹੁਣ ਇੱਥੇ ਪਤਾ ਵੀ ਬੇਤਾਸ਼ਾ ਬਿਲਡਿੰਗ ਲਈ ਆਕਸੀਜਨ, ਅੱਗ ਲਾਉਣ ਨੂੰ ਆਕਸੀਜਨ, ਕਿਉਂਕਿ ਆਕਸੀਜਨ ਜਿਹੜੀ ਆ ਅੱਗ ਵਧਾਉਂਦੀ ਹੈ, ਲਾਟ ਵਧਾਉਂਦੀ ਹੈ ਜੀ। ਉੱਥੇ ਆਪਦਾ ਮਿੰਨੀ ਪਲਾਂਟ ਲਾ ਲੈਂਦੇ ਆ। ਠੀਕ ਹੈ ਜੀ, ਇਹ ਅਲਾਊਡ ਹੈ। ਪਰ ਜਿਹੜੀ ਵੇਚਣ ਵਾਸਤੇ ਹੈ ਉਹ ਨਹੀਂ।
ਉੱਥੇ ਫਿਰ ਉਹੀ ਆ ਘਪਲਾ ਆ ਜਾਂਦਾ, ਉਹ ਫਿਰ ਲੱਗਣ ਨਹੀਂ ਦਿੰਦੇ। ਉਹ ਲੱਗਣ ਨਹੀਂ ਦਿੰਦੇ, ਬਿਲਕੁਲ ਬਿਲਕੁਲ। ਉਹਦੀਆਂ ਫਿਰ ਪ੍ਰਵਾਨਗੀਆਂ ਲਓ ਜੀ, ਇਹ ਤੁਸੀਂ ਮੈਡੀਕਲ ਲਈ ਹੈ, ਇੰਡਸਟਰੀ ਲਈ ਹੈ ਤਾਂ ਪਲਾਂਟ ਸਾਰਾ 12-15 ਲੱਖ ਦਾ, ਜੇ ਤੁਸੀਂ ਇੱਕ ਟੈਂਕਰ ਦਿਹਾੜੀ ਦਾ ਭਰਨਾ। ਤੇ ਹੁਣ ਦੇਖ ਲਓ ਵੀ ਉਹਤੇ ਨੋਟ ਕਿੰਨੇ ਬਣੇ। ਮੈਨੂੰ ਜਗਮੀਤ ਹੋਣਾ ਦੀ ਜਿਹੜੀ ਗੱਲ ਕਰ ਰਹੇ ਸੀ, ਉਹ ਕਹਿੰਦੇ 30 ਲੱਖ ਰੁਪਏ ਦੀ ਸਾਨੂੰ ਪਤਾ ਲੱਗਿਆ, ਪਰ ਸਾਨੂੰ ਕਹਿੰਦੇ ਸਾਨੂੰ ਲੈਣ ਨਹੀਂ ਦੇਣੀ, ਲੱਗਣ ਨਹੀਂ ਦਿੰਦੇ। ਉਹ ਜਿਹੜੀਆਂ ਕੰਪਨੀਆਂ ਵਾਲੇ ਆ ਉਹਨਾਂ ਦਾ ਕਿਉਂਕਿ ਉੱਪਰ ਤੋਂ ਲੈ ਕੇ ਥੱਲੇ ਤੱਕ ਸਭ ਨਾਲ ਉਹਨਾਂ ਦਾ ਕਾਰੋਬਾਰ ਕੀਤਾ ਹੁੰਦਾ ਹੈ। ਇਹੀ ਚੀਜ਼ ਜਿਹੜੀ ਹੁਣ ਆਪਾਂ ਜ਼ਿਕਰ ਕਰਦੇ ਸੀ ਥਾਣੇਦਾਰ ਸਾਹਿਬ ਦੀ, ਇੰਸਪੈਕਟਰ ਸਾਹਿਬ ਦੀ, ਹੁਣ ਉਹ ਇੰਸਪੈਕਟਰ ਦੀ ਜਿਹੜੀ ਸਥਿਤੀ ਹੈ ਵੀ ਚੀਫ ਮਿਨਿਸਟਰ ਨੇ ਬੁਲਾ ਲਿਆ DGP ਨੂੰ ਕਿ DGP ਸਾਹਿਬ ਸਖਤੀ ਨਾਲ ਲਾਗੂ ਕਰੋ। ਹੈਲਥ ਮਿਨਿਸਟਰ ਦਾ ਕਹਿੰਦਾ ਜੀ ਤੁਸੀਂ ਆਪਾਂ ਲਾਕਡਾਊਨ ਕਰ ਦਿਓ, ਕਹਿੰਦਾ ਲਾਕਡਾਊਨ ਨਾ ਕਰੋ, ਜੇ ਲਾਕਡਾਊਨ ਕਰ ਦਾਂਗੇ ਤਾਂ ਲੋਕ ਹਾ ਕਰਨਗੇ। ਲੋਕਾਂ ਦਾ ਕਚੂਮਰ ਪਹਿਲਾਂ ਨਿਕਲਿਆ ਪਿਆ, ਜਿਹੜੀ ਲੇਬਰ ਮਾੜੀ ਮੋਟੀ ਬੈਠੀ ਉਹ ਭਾਜੂ ਵੈਸੇ ਭੱਜਣੀ ਸ਼ੁਰੂ ਹੋ ਗਈ ਹੈ। ਇਹ ਗੱਲ ਠੀਕ ਨਹੀਂ ਗੀ, ਤੇ ਆਪਾਂ ਕੁਝ ਥੋੜਾ ਜਿਹਾ ਪਾਬੰਦੀਆਂ ਦੀਆਂ ਸਖਤੀ ਨਾ, ਜਿੰਨੀਆਂ ਕਲਾਈਆਂ ਪਾਬੰਦ ਇਹਨਾਂ ਨੂੰ ਸਖਤੀ ਕਰਵਾ ਦਈਏ। DGP ਨੂੰ ਕਹਿੰਦਾ ਸਖਤੀ ਕਰ ਦਿਓ। ਹੁਣ ਫੋਰਸ ਉਹੀ ਹੈ, ਫੋਰਸ ਦੀ ਹਾਲਤ ਇਹ ਹੈ ਕਿ ਸਾਡੇ ਕੋਲੇ ਵੱਡੇ ਅਫਸਰਾਂ ਦੀ ਧਾੜ ਹੈ। ਵੱਡੇ ਅਫਸਰ ਜਿਹੜੇ ਹੈਗੇ UPSC ਭਰਤੀ ਕਰ ਲਏ ਤੇ ਉਹਨਾਂ ਨੇ ਪੰਜਾਬ ਨੂੰ ਪੰਜਾਬ ਦਾ ਕੋਟਾ, ਪੰਜਾਬ ਦਾ ਤਾਂ ਤੇਲ ਕੱਢਿਆ ਪਿਆ। ਹਾਂਜੀ, ਪੰਜਾਬ ਦਾ ਕੋ ਸਾਰੀਆਂ ਸਟੇਟਾਂ ਨੂੰ ਦੇ, ਲੇਕਿਨ ਜਿਹੜੀ ਫੋਰਸ ਨੀਚੇ ਚਾਹੀਦੀ ਹੈ ਉਹ ਗਨਮੈਨਾਂ ਹੀ ਤੁਰੀ ਫਿਰਦੀ, ਉਹ ਗਨਮੈਨਾਂ ਹੀ ਤੁਰੀ ਫਿਰਦੀ। ਜਿੰਨੇ ਕੰਸਟੇਬਲ ਚਾਹੀਦੇ ਆ, ਕੰਸਟੇਬਲ, ਹੈੱਡ ਕੰਸਟੇਬਲ, ਜਿਹੜੇ ਹੁਣ ਆਪਣੇ ਹੈੱਡ ਕੰਸਟੇਬਲ ਸੀ ਉਹ ਬਣਾਤੇ ਸਾਰੇ ਥਾਣੇਦਾਰ। ਹੁਣ ਹੈ ਵਿਚਾਰੇ ਥਾਣੇਦਾਰ ਤੇ ਡਿਊਟੀ ਦਿੰਦੇ ਆ ਉਹ ਸਿਪਾਹੀ ਦੀ, ਉਹ ਟ੍ਰੈਫਿਕ ਕੰਟਰੋਲ ਕਰਦੇ ਆ। ਇਸੇ ਤਰੀਕੇ ਨਾਲ ਬਹੁਤ ਸਾਰੇ ਜਿਹੜੇ ਹੋਮਗਾਰਡ ਦੇ ਮੁਲਾਜ਼ਮ ਹੈ, ਹੋਮਗਾਰਡ ਦੇ ਮੁਲਾਜ਼ਮਾਂ ਨੂੰ ਵਰਦੀਆਂ ਪਵਾ ਕੇ, ਬਸ ਵਰਦੀ ਤਾਂ ਉਹੀ ਹੁੰਦੀ ਹੈ, ਇਕੱਲੀ ਉਹ PP ਲਵਾਉਂਦੇ ਆ ਮੋਢੇ ਤੇ, ਪ੍ਰਭਾਵ ਭੇਜ ਦਿੰਦੇ ਆ ਜੀ ਇਹ। ਤੇ ਇਹ ਕਿੰਨੇ ਬੰਦੇ ਹੈਗੇ ਆ, ਕਿੰਨੀ ਫੋਰਸ ਹੈ, ਜਿਸ ਫੋਰਸ ਜਿਹੜੀਆਂ ਵੈਕੈਂਸੀਆਂ ਖਾਲੀ ਪਈਆਂ ਉਹ ਭਰਨੀਆਂ ਚਾਹੀਦੀਆਂ, ਕਿਉਂਕਿ ਅਗਲੇ ਦਿਨਾਂ ਦੇ ਵਿੱਚ ਜਿਹੜੀ ਸਮੱਸਿਆ ਹੋਣੀ ਆ ਉਹ ਲਾਅ ਐਂਡ ਆਰਡਰ ਦੀ ਪ੍ਰੋਬਲਮ। ਮੈਂ ਕਹਾਂ ਜੀ ਮੈਨੂੰ ਹਾਲਾਤ ਢਿੱਲੋਂ ਸਾਹਿਬ ਇਹ ਨਜ਼ਰ ਆ ਰਹੇ ਆ ਜਿਵੇਂ ਹੁਣ ਵਿਰੋਧ ਉੱਠ ਰਿਹਾ। ਦੇਖੋ ਮਲਟੀਨੈਸ਼ਨਲ ਕੰਪਨੀਆਂ ਦੇ KFC ਵੀ ਖੁੱਲ੍ਹਾ, ਮੈਕਡੋਨਲਡ ਵੀ ਖੁੱਲ੍ਹਾ, ਡਬੀਨੋ ਵੀ ਖੁੱਲ੍ਹਾ, ਅਮੀਰ ਜ਼ਾਦਿਆਂ ਦਾ ਤਾਂ ਸਭ ਕੁਝ ਖੁੱਲ੍ਹਾ। ਠੀਕ ਹੈ ਜੀ। ਤੇ ਗਰੀਬਾਂ ਦਾ ਕੁਝ ਵੀ ਨਹੀਂ ਖੁੱਲ੍ਹਾ। ਹੁਣ ਗਰੀਬ ਹੋ ਗਏ ਸਰਦਾਰ ਜੀ ਖੜੇ, ਬਿਲਕੁਲ ਪਾਉਣ ਲੱਗ ਪਏ ਪੁਲਿਸ ਦੇ ਗਲ 'ਚ ਹੱਥ। ਹਾਂਜੀ, ਬਿਲਕੁਲ ਠੀਕ ਹੈ, ਉਹ ਸਰਕਾਰਾਂ ਦੇ ਵੀ ਪਾਉਣਗੇ ਹੁਣ। ਗੱਲ ਤਾਂ ਹੇਠੋਂ ਹੀ ਸ਼ੁਰੂ ਹੁੰਦੀ ਆ, ਉਹ ਤਾਂ ਜਦੋਂ ਪੁਲਿਸ ਦੇ ਗਲ 'ਚ ਹੱਥ ਪੈ ਗਿਆ ਸਰਕਾਰ ਨੂੰ ਪੈ ਗਿਆ। ਬਿਲਕੁਲ ਬਿਲਕੁਲ ਬਿਲਕੁਲ। ਹੁਣ ਕੀ ਹੈ, ਹੁਣ ਜਾ ਕੇ ਜੀ ਤੁਰੇ ਫਿਰਦੇ ਆ ਜੀ SDM ਕੋਲੇ, DCਆਂ ਨਾਲ ਮੁਲਾਕਾਤਾਂ ਹੋ ਰਹੀਆਂ ਜੀ, ਖੋਲ ਦਿਓ। ਹੁਣ ਡਰਾਮੇਬਾਜ਼ੀ ਸ਼ੁਰੂ ਹੋ ਗਈ ਲੀਡਰਾਂ ਦੀ ਵੀ, 4 ਬੰਦੇ ਲੈ ਕੇ ਜੀ ਮੈਂ ਚੱਲਦਾ DC ਕੋਲੇ। ਉਹ ਭਾਈ ਜਦੋਂ ਤੁਹਾਡੀ ਸਰਕਾਰ ਹੈ ਤੁਸੀਂ CM ਨਾਲ ਹੀ ਗੱਲ ਕਰ ਲਓ। ਕੱਲ ਫਿਰ ਆਪਣੇ ਵਿੱਤ ਮੰਤਰੀ ਨੇ ਤਾਂ ਕਰ ਲਈ ਕੈਬਨਿਟ 'ਚ ਗੱਲ। ਅੱਛਾ ਜੀ। ਇਹਨੇ ਤਾਂ ਕੱਲ ਕੈਬਨਿਟ 'ਚ ਗੱਲ ਕਿਹਾ ਜੀ ਵੀ ਛੋਟਿਆਂ ਵਾਲਿਆਂ ਨੂੰ ਜਿਹੜੀ ਆ ਪਾਰਸ਼ਲ ਜਾਂ ਨਾ ਹੋਵੇ ਕਰੋ। ਇਹਨੇ ਕੀਤੀ ਹੈ ਗੱਲ, ਇਹ ਤਾਂ ਖੈਰ ਕਹਾਂਗੇ ਆਪਾਂ। ਹਾਂ, ਕਿਉਂਕਿ ਇੱਥੇ ਵੀ ਬਹੁਤ ਵਿਰੋਧ ਹੋ ਰਿਹਾ ਨਾ, ਬਹੁਤ ਵਿਰੋਧ ਹੋ ਰਿਹਾ ਨਾ ਜੀ ਇੱਥੇ। ਹਾਂਜੀ। ਚਲੋ ਗੱਲ ਤਾਂ ਇਹ ਵੀ ਜੇ ਆਪਣੇ ਵਿੱਤ ਮੰਤਰੀ ਨੇ ਕੀਤਾ, ਉਹਨੂੰ ਪਤਾ ਕਿ ਹਾਲਾਤ ਕੀ ਬਣ ਜਾਣੇ ਆ, ਕੀ ਹੋਣਾ ਹੈ। ਸਿਵਲ ਵਾਰ ਕੰਨੀ ਮੂਵ ਹੋ ਜਾਣਗੇ ਜੀ, ਖਾਨਾ ਜੰਗੀ। ਆਹ ਜਿਹੜੀ ਚੀਜ਼ ਤਾਂ ਦੇਖੋ, ਇੱਕ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਮੁੱਖ ਮੰਤਰੀ ਸਾਹਿਬ 13,000 ਕਰੋੜ ਰੁਪਏ ਦਾ ਤਾਂ ਘਰ ਬਣਵਾ ਰਹੇ ਆ। ਲੋਕ ਕਹਿੰਦੇ ਵੀ ਤੈਨੂੰ 13,000 ਰਸੋਈ ਦਾ ਪ੍ਰਧਾਨ ਮੰਤਰੀ ਜੀ 13,000 ਕਰੋੜ ਪਾਰਲੀਮੈਂਟ ਦੀ ਬਿਲਡਿੰਗ ਤਾਂ ਦਫਾ ਕਰੋ ਨਾ, ਘਰ ਦੀ ਗੱਲ ਹੈ ਵੀ ਜਿਹੜੇ ਘਰ 'ਚ ਰਹਿਣਾ, ਕੀ ਉਹ ਡਿੱਗ ਪਿਆ, ਕੀ ਉਹ ਜਰਜਰ ਹੋ ਗਿਆ, ਕੀ ਉਹਨੂੰ ਸਿਉਂਕ ਖਾ ਗਈ, ਕੀ ਇਹੋ ਜਿਹੀ ਗੱਲ ਹੋ ਗਈ ਕਿ ਤੈਨੂੰ 2 ਮਹੀਨੇ 'ਚ ਘਰ ਬਣਿਆ ਚਾਹੀਦਾ। ਹਾਂਜੀ। ਇਹ 2 ਮਹੀਨੇ ਜਿਹੜੇ ਘਰ ਬਣਦੇ ਉਹ ਐਡੀ ਛੇਤੀ ਤਾਂ ਬਣਦੇ ਨਹੀਂ। ਬਿਲਕੁਲ। ਆਕਸੀਜਨ ਦੀ ਤੇਰੇ ਕੋਲੇ ਪੈਸੇ ਹੈ ਨਹੀਂ। ਸ਼੍ਰੀਮਾਨ ਜੀ ਇਹ ਗੱਲਾਂ ਚੁੱਭਦੀਆਂ ਨੇ ਹੁਣ ਲੋਕਾਂ ਨੂੰ। ਬਿਲਕੁਲ। ਹੁਣ ਦਿੱਲੀੋਂ ਗੁੜਗਾਉਂ ਤੋਂ ਇੱਕ ਬੰਦਾ ਲੁਧਿਆਣੇ ਸ਼ਿਫਟ ਕੀਤਾ, ਮੇਰੇ ਕੋਲੇ ਕਿਸੇ ਨੇ ਭੇਜੀ ਉਹ ਰਸੀਦ। ਹੁਣ ਜੇ ਗੁੜਗਾਉਂ, ਜਿੱਥੇ ਅਸੀਂ ਇਲਾਜ ਕਰਾਉਣ ਲਈ ਗੁੜਗਾਉਂ ਜਾ ਰਹੇ ਹਾਂ, ਉੱਥੋਂ ਪੰਜਾਬ ਦੇ ਇੱਕ ਹਸਪਤਾਲ ਦੇ ਵਿੱਚ ਮਰੀਜ਼ ਆ ਰਿਹਾ, 1,20,000 ਰੁਪਇਆ ਐਂਬੂਲੈਂਸ ਨੇ ਲਿਆ ਜੀ। ਬੱਲੇ। 300 ਮੈਂ ਕਹਿੰਦਾ ਗੁੜਗਾਉਂ ਤੋਂ 320-25 ਕਿਲੋਮੀਟਰ ਹੀ ਪੈਂਦਾ, ਦਿੱਲੀ ਕੋਈ ਬਾਹਲਾ ਨਹੀਂ ਪੈਂਦਾਗਾ। ਆਪਣੇ ਲੁਧਿਆਣਾ। ਠੀਕ ਹੈ। ਹੁਣ ਜੇ ਇਹ ਹਾਲਾਤ ਹੋ ਗਏ ਆਪਣੇ, ਹੁਣ ਜਿੰਨੀਆਂ ਇੱਥੇ ਮੌਤਾਂ ਹੋਈਆਂ ਅੱਧ ਤੋਂ ਵੱਧ ਕੀ ਕਹਿੰਦੇ ਦਿੱਲੀ ਦੇ ਬੰਦੇ ਨੇ, ਬਾਹਰਲੇ ਬੰਦੇ ਆ ਰਹੇ, ਤੇ ਲੁੱਟ ਇੱਥੇ ਕਿੰਨੀ ਮੱਚੀ ਦੀ ਹਾਹਾਕਾਰ ਤਾਂ ਪੈਣੇ ਤੇ ਗਲ 'ਚ ਹੱਥ ਫਿਰ ਉਹੀ ਹੈ ਨਾ। ਅੱਕਿਆ ਡਾਕਟਰ ਦੇ ਤਾਂ ਅੱਗੇ ਬਾਉਂਸਰ ਖੜੇ ਆ, ਉਹ ਤਾਂ ਵੜਨ ਨਹੀਂ ਦਿੰਦੇ। ਦਲਾਲ ਲੱਭ ਲਓ, ਚਾਹ ਵਾਲਾ ਲੱਭ ਲਓ, ਦਲਾਲ ਲੱਭ ਲਓ, ਤੁਹਾਨੂੰ ਬੈੱਡ ਮਿਲ ਜੂਗਾ। ਅੰਦਰ ਇੱਕ ਵਾਰੀ ਦਾਖਲ ਕਰ ਲਿਆ ਫਿਰ ਤੁਹਾਡੇ ਪੈਸੇ। ਸ਼ਾਇਦ ਆਪਣੀ ਵੈਬਸਾਈਟ ਦੇ ਉੱਤੇ ਪਾਇਆ ਤੁਸੀਂ, ਉਹ ਵੀ ਮੈਨੂੰ ਜ਼ਿਕਰ ਕੀਤਾ ਉਹਨਾਂ ਨੇ, ਹਰਿਆਣੇ ਵਾਲੇ ਸੱਜਣਾ ਨੇ। ਉਹ ਕਹਿੰਦੇ ਵੀ ਤੁਹਾਡੇ ਵੈਂਟੀਲੇਟਰਾਂ ਦੀ, ਮੈਂ ਸਾਡੇ ਵੈਂਟੀਲੇਟਰ ਤਾਂ ਸਰਕਾਰੀ ਹਸਪਤਾਲਾਂ ਦੇ ਚੱਕ ਕੇ ਪ੍ਰਾਈਵੇਟ ਫਿਰੋਜ਼ਪੁਰ ਵੀ ਆਏਗੀ, ਫਿਰ ਉਹ ਦੇਤੇ। ਤੇ ਉਹਦੇ 'ਚ ਕੀ ਹੈਗਾ ਵੀ ਉਹ ਹੁਣ ਜਿਹੜੇ ਤੁਹਾਡੇ ਮੇਰੇ ਵਰਗੇ ਬੰਦੇ ਹੈ, ਸਾਨੂੰ ਵੈਂਟੀਲੇਟਰ ਨਹੀਂ ਮਿਲਣਾ। ਪ੍ਰਾਈਵੇਟਾਂ ਦੇ ਜਦੋਂ ਉਹਨਾਂ ਨੇ ਆਪਣਿਆਂ ਨੂੰ ਦੇਣੇ, ਕਾਂਗਰਸੀਆਂ ਨੇ ਫੋਨ ਕਰ ਦੇਣਾ, ਲਓ ਜੀ ਸਾਡੇ ਬੰਦੇ ਨੂੰ ਦੇ ਦਿਓ। ਇੱਥੇ ਤਾਂ ਕਹਿੰਦੇ ਮੀਟਿੰਗ UP 'ਚ ਇਹੀ ਹੈ, ਉਹ ਕਹਿੰਦੇ RSS ਤੋਂ ਫੋਨ ਕਰਾ ਦਿਓ ਜਾਂ ਫਿਰ BJP ਦੇ ਬੰਦੇ ਤੋਂ। ਇੱਥੇ ਤਾਂ ਕਹਿੰਦੇ ਮੀਟਿੰਗ ਕਰਕੇ ਕਾਂਗਰਸੀਆਂ ਨੂੰ ਕਹਿ ਵੀ ਦਿੱਤਾ ਵੀ ਜੇ ਲੋੜ ਆ ਤੁਹਾਨੂੰ ਤਾਂ ਦੱਸ ਦਿਓ ਭਾਈ, ਅਸੀਂ ਤੁਹਾਨੂੰ ਦਵਾ ਦਾਂਗੇ ਵੈਂਟੀਲੇਟਰ। ਪਹਿਲਾਂ ਤਾਂ ਇਹ ਖੈਰ ਨਹੀਂ ਮੰਗਦੇ ਵੀ ਬੰਦੇ ਤੰਦਰੁਸਤ ਰਹਿਣ, ਵੀ ਬਿਮਾਰ ਹੋਣ ਤੇ ਅਸੀਂ ਤੁਹਾਨੂੰ ਦਵਾ ਦਿਆਂਗੇ। ਇਹ ਬੜੀ ਸਥਿਤੀ ਹੈ ਢਿੱਲੋਂ ਸਾਹਿਬ। ਪਰ ਜਿਵੇਂ ਤੁਸੀਂ ਕਾਂਗਰਸੀਆਂ ਦੀ ਗੱਲ ਕੀਤੀ ਹੈ ਬਠਿੰਡੇ ਦੀ, ਇਹ ਤਾਂ ਬਠਿੰਡੇ ਦੇ ਕਾਂਗਰਸੀ ਆਗੂ ਨੇ ਕਾਂਗਰਸੀ ਮੇਰ ਢਾਲੀ ਜੀ ਕਹਿੰਦੇ ਇਮਤਿਹਾਨ 'ਚ ਪਾਤਾ। ਪੰਜਾਬੀ ਤਾਂ ਆਪਾਂ ਕਹਿੰਦੇ ਨਾ ਵੀ ਪੱਬਾ। ਅਸਲ ਦੇ ਵਿੱਚ ਗੱਲ ਇਹ ਹੈ ਕਿ
ਬਠਿੰਡੇ ਦੀ ਨਗਰ ਨਿਗਮ ਜਿਹੜੀ ਹੈ ਬੜੀ ਇੰਪੋਰਟੈਂਟ ਨਗਰ ਨਿਗਮ ਹੈ, ਕਿਉਂਕਿ ਇਹ ਪੋਲੀਟੀਕਲ ਰਾਜਧਾਨੀ ਹੈ ਬਠਿੰਡਾ। ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਇਹਨਾਂ ਦਾ ਹਲਕਾ ਜਿਹੜਾ ਹੈਗਾ ਬਠਿੰਡਾ ਪਾਰਲੀਮਾਨੀ ਹਲਕਾ ਪਰਿਵਾਰ ਦਾ ਬੀਬੀ ਹਰਸਿਮਰਤ ਕੌਰ ਬਾਦਲ ਕਲੇਮ ਕਰਦੇ ਆ ਵੀ ਇਹ ਸਾਡਾ ਇਲਾਕਾ ਹੈ ਵੀ ਉਹਨਾਂ ਦਾ ਭਾਈ। ਜਦੋਂ ਪਾਰਲੀਮੈਂਟ ਦੀ ਬੀਬੀ 2 ਵਾਰੀ ਕਿ ਤੀਜੀ ਵਾਰੀ ਬਣ ਗਈ, ਇੱਥੋਂ ਤੀਜੀ ਵਾਰੀ ਮੈਂਬਰ ਪਾਰਲੀਮੈਂਟ ਬਣ ਗਈ। ਬਾਦਲ ਸਾਹਿਬ ਲੰਬੀ ਤੋਂ ਆ, ਲੰਬੀ ਵੀ ਹੁਣ ਬਠਿੰਡੇ 'ਚ ਹੀ ਪਾਤਾ ਪਾਰਲੀਮਾਨੀ ਹਲਕੇ ਦੇ ਵਿੱਚ। ਔਰ ਇਸ ਕਰਕੇ ਇਹਨੂੰ ਅਸੀਂ ਕਹਾਂਗੇ ਵੀ ਇਹ ਪੋਲੀਟੀਕਲ ਰਾਜਧਾਨੀ। ਬਾਦਲ ਪਰਿਵਾਰ ਜੇ ਚੀਫ ਮਿਨਿਸਟਰ ਬਣਦਾ ਤਾਂ ਵੀ ਪੋਲੀਟੀਕਲ ਰਾਜਧਾਨੀ ਹੈ। ਜੇ ਕੈਪਟਨ ਅਮਰਿੰਦਰ ਸਿੰਘ ਬਣਦਾ, ਭਾਵੇਂ ਕੈਪਟਨ ਅਮਰਿੰਦਰ ਸਿੰਘ ਦਾ ਮਹਿਲ ਪਟਿਆਲੇ ਦੇ ਵਿੱਚ ਹੈ, ਲੇਕਿਨ ਪੁਰਖਿਆਂ ਦੀਆਂ ਜਿਹੜੀਆਂ ਜੜ੍ਹਾਂ ਉਹ ਮਹਾਰਾਜ ਪਿੰਡ ਦੇ ਵਿੱਚ ਲੱਗੀਆਂ ਹੋਈਆਂ। ਸੋ ਇਹ ਬੜੀ ਇੰਪੋਰਟੈਂਟ ਕਾਰਪੋਰੇਸ਼ਨ ਹੈ। ਇਸ ਕਾਰਪੋਰੇਸ਼ਨ ਦੇ ਵਿੱਚ ਜੇ ਆਪਾਂ ਦੇਖੀਏ ਮਿਊਨਿਸਪਲ ਕਮੇਟੀ ਦੇ ਵਿੱਚ ਤਾਂ ਕਿਤੇ ਕਿਤੇ ਕਹਿੰਦੇ ਆ ਕੋਈ 50-55 ਸਾਲ ਪਹਿਲਾਂ ਕਦੇ ਪ੍ਰਧਾਨ ਬਣ ਗਿਆ ਸੀ। ਕਾਂਗਰਸ ਪਾਰਟੀ ਦਾ ਇੱਥੇ ਕਦੇ ਪ੍ਰਧਾਨ ਨਹੀਂ ਬਣਿਆ ਸੀ। ਮੇਅਰ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਪਹਿਲਾ ਮੇਅਰ ਬਣ ਗਿਆ ਸੀ ਬਲਜੀਤ ਸਿੰਘ ਬੀੜੂ ਬਹਿਮਣ, ਦੂਜੇ ਬਣ ਗਏ ਸੀਗੇ ਬਲਵੰਤ ਰਾਏ ਤੇ ਐਤਕੀ ਜਿਹੜੀ ਹੈ ਮੇਅਰ ਕੌਣ ਬਣੇ ਇਹਦਾ ਫੈਸਲਾ ਹੋਣਾ ਸੀ। ਲੇਕਿਨ 50 ਦੇ ਵਿੱਚੋਂ 43 ਮੈਂਬਰ ਬਣ ਗਏ ਕਾਂਗਰਸ ਪਾਰਟੀ ਦੇ ਤੇ ਇਹਨਾਂ ਨੇ ਜਿੰਨੇ ਪੁਰਾਣੇ ਸੀਗੇ ਸੀਨੀਅਰ ਬੰਦੇ ਉਹਨਾਂ ਨੂੰ ਛੱਡ ਕੇ ਤੇ ਇੱਕ ਮੈਡਮ ਨੂੰ, ਬੀਬੀ ਨੂੰ, ਰਮਨ ਗੋਇਲ ਨੂੰ ਬਣਾਤਾ ਮੇਅਰ। ਜਿਹੜੇ ਪਿਛਲੀ ਵਾਰੀ ਹਾਊਸ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਹੁੰਦੇ ਸੀ, ਉਹਦਾ ਨਾਂ ਸਰਦਾਰ ਜਗਰੂਪ ਸਿੰਘ ਗਿੱਲ। 1979 ਤੋਂ ਉਹ ਕੌਂਸਲਰ ਬਣਨ ਲੱਗੇ। ਪਹਿਲਾਂ ਕੌਂਸਲਰ ਹੁੰਦੇ ਸੀਗੇ ਮਿਊਨਿਸਪਲ ਕਮੇਟੀ ਦੇ ਵਿੱਚ ਤੇ ਹੁਣ ਉਹ ਕਾਰਪੋਰੇਸ਼ਨ ਦੇ ਵਿੱਚ ਹੈ। ਉਹ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਵੀ ਰਹੇ ਹੈ ਤੇ ਨਾਲ ਹੀ ਜੇ ਆਪਾਂ ਕਹੀਏ ਤੇ ਉਹ ਰਹੇ ਹੈ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਵੀ। ਲੋਕਲ ਬਾਡੀ ਦੀ ਜਿਹੜੀ ਹੈ ਜਿੰਨੀ ਜਾਣਕਾਰੀ ਜਗਰੂਪ ਸਿੰਘ ਗਿੱਲ ਨੂੰ ਹੈ ਬਠਿੰਡੇ ਦੇ ਵਿੱਚ ਹੋਰ ਕਿਸੇ ਨੂੰ ਨਹੀਂ। ਐਤਕੀ ਜਦੋਂ ਜਗਰੂਪ ਸਿੰਘ ਗਿੱਲ ਦੇ ਲੱਗਦਾ ਸੀ ਕਿ ਉਹਨੂੰ ਬਣਾਉਣਗੇ ਮੇਅਰ, ਲੋਕਾਂ ਨੂੰ ਬੜੀ ਉਮੀਦ ਸੀ ਤੇ ਉਹਨੂੰ ਮੇਅਰ ਨਾ ਬਣਾਇਆ ਪਾਸੇ ਤੇ ਚੱਕ ਕੇ ਉਹਨਾਂ ਨੂੰ ਪਾਸੇ ਬਹਾਤਾ ਤੇ ਬੀਬੀ ਬਣ ਗਈ। ਉਹਨੇ ਚਲੋ ਦੜ ਬੱਟ ਜਮਾਨਾ ਕੱਟ ਵਾਲੀ ਗੱਲ ਕੀਤੀ। ਪਿਛਲੇ ਦਿਨਾਂ ਦੇ ਵਿੱਚ ਘਟਨਾਕ੍ਰਮ ਵਾਪਰਿਆ ਹੋਣਾ, ਤੁਸੀਂ ਦੇਖਿਆ ਨਾ, ਜਿੱਥੇ ਆਪਣਾ ਪੰਚਾਇਤ ਭਵਨ ਹੈ ਸਟੇਡੀਅਮ ਤੇ ਪੰਚਾਇਤ ਭਵਨ ਦੇ ਸਾਹਮਣੇ ਜਗ੍ਹਾ ਪਈ ਹੈ। ਪਈ ਹੈ ਜੀ। ਉਹ ਜਗ੍ਹਾ ਹੈਗੀ ਸਾਰੀ ਵਕਫ ਬੋਰਡ ਦੀ। ਬਿਲਕੁਲ। ਉੱਥੇ ਇੱਕ ਗੁਰਦੁਆਰਾ ਸਾਹਿਬ ਹੈ। ਹਾਂਜੀ। ਉੱਥੇ ਇੱਕ ਹੈਗਾ ਮਿਸ਼ਨ ਕੋਈ ਉਹ ਹੈ ਤੇ ਨਾਲ ਸਕੂਲ ਵੀ ਹੈ। ਸਾਡੇ ਬਹੁਤੇ ਉਤਸ਼ਾਹੀ ਜਿਹੜੇ ਅਫਸਰ ਹੈਗੇ ADC ਡਿਵੈਲਪਮੈਂਟ, ਉਹਨਾਂ ਨੂੰ ਮੇਰੇ ਖਿਆਲ ਕਿਸੇ ਨੇ ਕਿਹਾ ਉਹਨੇ ਪਹਿਲਾਂ ਇੱਥੇ ਹੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਦਾ ਪੰਚਾਇਤ ਭਵਨ ਦੇ ਵਿੱਚ ਦਫ਼ਤਰ ਵੀ ਸੀਗਾ ਤੇ ਉੱਥੇ ਕਾਫੀ ਸਾਰੇ ਲੋਕ ਆਪਣੀਆਂ ਗੱਡੀਆਂ ਗੁੱਡੀਆਂ ਲੈ ਕੇ ਖੜੇ ਕਰਦੇ ਸੀ ਜਿਹੜੇ ਵਿੱਤ ਮੰਤਰੀ ਨੂੰ ਮਿਲਣ ਵਾਸਤੇ ਆਉਂਦੇ ਸੀ। ਸਕੂਲ ਵਾਲੇ ਲੋਕ ਹੈ ਜਿਹੜੇ ਉਹ ਵੀ ਉੱਥੇ ਆਪਣੀਆਂ ਗੱਡੀਆਂ ਖੜੀਆਂ ਕਰਦੇ। ਪਬਲਿਕ ਪਾਰਕਿੰਗ ਬਣਦੀ ਹੈ। 13 ਜਿਹੜੀ 26 ਜਨਵਰੀ ਤੇ 15 ਅਗਸਤ ਦੇ ਫੰਕਸ਼ਨ ਸਟੇਡੀਅਮ 'ਚ ਹੁੰਦੇ ਉਦੋਂ ਵੀ ਉੱਥੇ ਗੱਡੀਆਂ ਖੜਦੀਆਂ ਔਰ ਉਹ ਬੜਾ ਇੰਪੋਰਟੈਂਟ ਇਲਾਕਾ। ਤੇ ਹੁਣ ਉਹਨਾਂ ਨੇ ਕੀ ਕੀਤਾ, ਉਹ ਕਹਿੰਦੇ ਜੀ ਅਸੀਂ ਇਹ ਵਕਫ ਬੋਰਡ ਤੋਂ ਜਗ੍ਹਾ ਲੈ ਲਈ ਤੇ ਉਹਨਾਂ ਨੇ ਉੱਥੇ ਆ ਕੇ ਪੱਟਾ ਠੋਈ ਸ਼ੁਰੂ ਕਰਤੀ। ਜਦੋਂ ਪੱਟਾ ਖੋਈ ਸ਼ੁਰੂ ਕਰਤੀ ਤੇ ਉਹਦੇ ਤੇ ਫਿਰ ਸਭ ਤੋਂ ਪਹਿਲਾ ਇਤਰਾਜ਼ ਜਿਹੜਾ ਸਰਦਾਰ ਜਗਰੂਪ ਸਿੰਘ ਗਿੱਲ ਦਾ ਆਇਆ। ਉਹਨਾਂ ਨੇ ਵਿੱਤ ਮੰਤਰੀ ਨੂੰ ਖੁੱਲ੍ਹਾ ਪੱਤਰ ਲਿਖਤਾ ਕਿ ਵਿੱਤ ਮੰਤਰੀ ਜੀ ਆ ਹੋਈ ਕੀ ਜਾਂਦੇ, ਤੁਸੀਂ ਜਿਹੜਾ ਹੈਗਾ ਕ੍ਰਿਸਚਨ ਸਕੂਲ ਦੇ ਲਈ ਤਾਂ ਜ਼ਮੀਨ ਵੀ ਅਲਾਟ ਕਰਤੀ ਕਰੋੜਾਂ ਰੁਪਈਆਂ ਦੀ। ਤੁਸੀਂ ਕਰੋੜਾਂ ਰੁਪਈਆਂ ਦੀ ਉਹਨਾਂ ਨੂੰ ਗ੍ਰਾਂਟ ਵੀ ਦੇਤੀ। ਲੇਕਿਨ ਜਿਹੜੇ ਆਹ ਸਕੂਲ ਆ ਸਾਡੇ ਦੇਸੀ ਸਕੂਲ, ਇਹਨਾਂ ਦੇ ਮੂਹਰੇ ਜਿਹੜੇ ਹੈਗੇ ਆ ਕੇ ਪੱਟਾ ਖੋਈ ਦਾ ਕੰਮ ਹੋ ਗਿਆ ਤੇ ਇਹਦੇ ਨਾਲ ਸਾਡਾ ਨੁਕਸਾਨ ਕਿੱਡਾ ਵੱਡਾ ਹੋ। ਇਹ ਗੱਲ ਜਦੋਂ ਜਨਤਕ ਹੋ ਗਈ ਤੇ ਫਿਰ ਵਿੱਤ ਮੰਤਰੀ ਨੂੰ ਵੀ ਪੈ ਗਿਆ। ਹਾਂਜੀ, ਵਿੱਤ ਮੰਤਰੀ ਮੌਕੇ ਤੇ ਪਹੁੰਚ ਕੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ। ਉਹਨਾਂ ਨੇ ਕਿਹਾ ਜੀ ਇਹ ਜੋ ਕੁਛ ਹੋਇਆ ਮੇਰੀ ਗੈਰ ਮੌਜੂਦਗੀ 'ਚ ਹੋਇਆ ਤੇ ਗਾਂ ਨੂੰ ਨਹੀਂ ਹੁੰਦਾ। ਅਫਸਰ ਉਤਸ਼ਾਹੀ ਹੈ, ਮੈਂ ਕਹਿ ਦਿੰਦਾ ਵੀ ਭਾਈ ਤੁਸੀਂ ਇਹ ਨਹੀਂ ਕਰੋ ਤੇ ਇਹ ਰਹਿਣ ਦਿਓ। ਉਦੋਂ ਮੈਨੂੰ ਲੱਗਿਆ ਕਿ ਆਹ ਜਿਹੜਾ ਨਾ ਗੁੱਝਾ ਤੀਰ ਜਗਰੂਪ ਸਿੰਘ ਗਿੱਲ ਨੇ ਮਾਰਤਾ। ਅੱਜ ਉਹਨੂੰ ਜਗਰੂਪ ਸਿੰਘ ਗਿੱਲ ਤੇ ਇੱਕ ਹੋਰ ਸੱਜਣ ਹੈ ਸੁਖਦੀਪ ਸਿੰਘ ਢਿੱਲੋਂ, ਉਹਨਾਂ ਨੇ ਇੱਕ ਮੈਮੋਰੰਡਮ ਦਿੱਤਾ ਸਾਡੀ ਮੇਅਰ ਸਾਹਿਬਾਂ ਨੂੰ। ਉਹ ਗਏ, ਉਹ ਕਹਿੰਦੇ ਜੀ ਆ ਸਾਡਾ ਮੈਮੋਰੰਡਮ ਲੈ ਲਓ। ਮੈਮੋਰੰਡਮ ਕੀ ਹੈ? ਉਹ ਮੈਮੋਰੰਡਮ ਇਹ ਹੈ ਕਿ 14 ਫਰਵਰੀ ਨੂੰ ਜਦੋਂ ਨਗਰ ਨਿਗਮ ਦੀ ਚੋਣ ਮੁਕੰਮਲ ਹੋ ਚੁੱਕੀ ਸੀ, ਨਗਰ ਨਿਗਮ ਦੇ ਅਧਿਕਾਰੀਆਂ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਿਹਦੇ ਤਹਿਤ ਉਹਨਾਂ ਨੇ ਕੀ ਕੀਤਾ ਕਿ ਜਿਹੜੇ 50 ਗਜ ਦੇ ਪਲਾਟ ਹੈ ਪਰ ਉਹ ਡਬਲ ਸਟੋਰੀ ਹੈ, ਉਹਨਾਂ ਨੂੰ ਸੀਵਰੇਜ ਤੇ ਵਾਟਰ ਸਪਲਾਈ ਦੇ ਬਿੱਲ ਲਾ ਦਿੱਤੇ। ਅੱਛਾ ਜੀ। 50 ਗਜ 100 ਗਜ ਪਹਿਲਾਂ ਮਾਫ ਸੀ ਨਾ, ਪਹਿਲਾਂ 100 ਗਜ ਤੱਕ ਮਾਫ ਸੀ। ਹਾਂਜੀ, ਵੀ ਜਿਹੜੇ 50 ਗਜ ਵਾਲੇ ਜੇ ਡਬਲ ਸਟੋਰੀ ਹੈ ਤਾਂ ਉਹਨਾਂ ਨੂੰ ਲਾ ਦਿਓ ਤੇ ਜੇ 100 ਗਜ ਵਾਲੇ ਆ ਭਾਵੇਂ ਉਹ ਸਿੰਗਲ ਸਟੋਰੀ ਹੈ ਤੇ ਭਾਵੇਂ ਡਬਲ ਸਟੋਰੀ ਹੈ ਭਾਵੇਂ ਟ੍ਰਿਪਲ, ਉਹਨਾਂ ਨੂੰ ਵੀ ਲਾਈ ਦਿਓ, ਸਾਰਿਆਂ ਨੂੰ ਲਾ ਦਿਓ। ਇਹ ਜਿਹੜਾ ਬਿੱਲ ਆ ਗਿਆ ਤੇ ਇਹਦੇ ਨਾਲ ਕਿੰਨੇ ਲੋਕ ਪ੍ਰਭਾਵਿਤ ਹੁੰਦੇ। ਜਗਰੂਪ ਸਿੰਘ ਗਿੱਲ ਦੇ ਜੇ ਆਪਾਂ ਨੂੰ ਪੜ੍ਹੀਏ ਮੈਮੋਰੰਡਮ ਨੂੰ ਤੇ ਉਹਦੇ ਵਿੱਚੋਂ ਕਹਿੰਦੇ ਕਿ 15,000 ਮਕਾਨ ਮਾਲਕ ਆ ਜਿਹੜੇ ਉਹ ਪ੍ਰਭਾਵਿਤ 50 ਗਜ ਵਾਲੇ ਤੇ 100 ਵਾਲੇ ਧਰਨਾ ਸਿੱਟਦਾ ਹੈ ਨਹੀਂ। ਚਲੋ ਆਪਾਂ ਮੰਨ ਲਿਆ ਵੀ ਮਾਡਲ ਟਾਊਨ ਏਰੀਆ 'ਚ ਰਹਿੰਦੇ ਇਹਨਾਂ ਨੂੰ ਲਾ ਦਿਓ, ਪਰ ਜਿਹੜੇ ਉਹ ਗਰੀਬ ਏਰੀਏ 'ਚ 50 ਗਜ ਵਾਲੇ ਉਹ ਕਿੱਥੋਂ ਭਰ ਦੇਣਗੇ? ਇੱਥੇ ਤਾਂ 50 ਲੱਖ ਦਾ 100 ਗਜ ਦੀ ਕੋਠੀ 60 ਲੱਖ ਦੀ ਹੈਗੀ ਆ,
ਪਰ ਉੱਥੇ ਤਾਂ ਹੈ ਹੀ ਵਿਚਾਰਿਆਂ ਦੀ 8-10 10 ਲੱਖ ਦੀ ਇਹ ਤਾਂ ਬਹੁਤ ਕੁਛ ਹੈ ਨਾ, ਮਤਲਬ ਜਿਹੜੇ ਜੇ ਉਹਨਾਂ ਨੂੰ ਜੇ ਆਪਾਂ ਛੱਡ ਵੀ ਦੇਈਏ, ਜਿਵੇਂ ਹੁਣ ਤੁਹਾਡੀ ਆਪਣਾ ਧੋਬੀ ਵਾਲਾ ਆ ਗਿਆ, ਕਿੰਨਾ ਕੁਛ ਆ 25 ਗਾਜ ਇੱਥੇ ਦਾ ਹਾਂ 25 ਗਾਜ ਵਾਲੇ, ਇਹ ਹੁਣ ਸਾਰਿਆਂ ਦੇ ਉੱਤੇ ਲਾਉਣ ਵਾਲੀ ਉਹਨਾਂ ਨੇ ਜਿਹੜੀ ਕਾਰਵਾਈ ਕਰਤੀ ਉਹਨੇ ਕਿ 15,000 ਬੰਦਾ ਪ੍ਰਭਾਵਿਤ ਹੋਊ। ਪਰ ਜੇ ਇਹਨੂੰ ਆਪਾਂ ਦੂਜੇ ਨੁਕਤਾ ਨਿਗਾਹ ਤੋਂ ਦੇਖੀਏ, ਪੋਲੀਟੀਕਲ ਨੁਕਤਾ ਨਿਗਾਹ ਤੋਂ ਦੇਖੀਏ, 15,000 ਪਰਿਵਾਰਾਂ ਨੂੰ ਜਦੋਂ ਤੁਸੀਂ ਇਹ ਬਿੱਲ ਲਾਓਗੇ ਤੇ 60,000 ਵੋਟ ਦਾ ਫਰਕ 60,000 ਵੋਟ ਦਾ ਫਰਕ ਪੈਂਦਾ, ਤੇ 60,000 ਵੋਟ ਜਿਹੜੀ ਹੈਗੀ ਉਹ ਤਾਂ ਕੁਛ ਦੀ ਕੁਛ ਕਰ ਦੂਗੀ। ਹਾਲਾਂਕਿ ਜਗਰੂਪ ਸਿੰਘ ਗਿੱਲ ਨੇ ਤਾਂ ਮੇਰਾ ਖਿਆਲ ਹੈ ਵੀ ਚੋਣ ਪਤਾ ਨਹੀਂ ਲੜਨੀ ਤਾਂ ਮਨਪ੍ਰੀਤ ਸਿੰਘ ਬਾਦਲ ਨੇ। ਜੀ ਉਹਨੇ ਇਹ ਗੱਲ ਸਵਾਲ ਉਠਾਤਾ ਜੀ, ਆਹ ਜਿਹੜੇ ਹੈ ਲਾਇਆ ਗਲਤ। ਇਹਦਾ ਦੂਜਾ ਉਹਨੇ ਜਿਹੜਾ ਸਿਧਾਂਤਕ ਨੁਕਤਾ ਉਠਾਇਆ ਹੈ ਗਿੱਲ ਸਾਹਿਬ ਨੇ, ਉਹ ਸਿਧਾਂਤਕ ਨੁਕਤਾ ਇਹ ਹੈ ਕਿ ਜਦੋਂ 14 ਫਰਵਰੀ ਤੱਕ 2021 ਤੱਕ ਚੋਣ ਹੋ ਗਈ ਸੀ ਨਗਰ ਨਿਗਮ ਦੀ, ਜੀ ਭਾਵੇਂ ਹਲੇ ਸੌ ਨਹੀਂ ਸੀ ਚੁਕਵਾਈ, ਚੱਕੀ, ਪਰ ਪ੍ਰੋਸੈਸ ਜਦੋਂ ਪ੍ਰੋਸੈਸ ਸ਼ੁਰੂ ਹੋ ਗਿਆ ਤਾਂ ਫੈਸਲਾ ਅੰਡਰ ਪ੍ਰੋਸੈਸ ਸੀਗਾ, ਤੇ ਇਹ ਫੈਸਲਾ ਜਿਹੜਾ ਹਾਊਸ ਨੂੰ ਲੈਣਾ ਚਾਹੀਦਾ ਜੀ। ਉਹਨਾਂ ਨੇ ਕਿਹਾ ਵੀ ਮੈਡਮ ਜੀ ਕਿਰਪਾ ਕਰਕੇ ਇਹਨੂੰ ਏਜੰਡੇ ਦੇ ਵਿੱਚ ਸ਼ਾਮਲ ਕਰੋ, ਸਾਡਾ ਮੈਮੋਰੰਡਮ, ਔਰ ਇਹਨੂੰ ਜਿਹੜੀ ਹੈ ਨਗਰ ਨਿਗਮ ਵਿਚਾਰੇ, ਕਿਉਂਕਿ ਨਗਰ ਨਿਗਮ ਲੋਕਲ ਬਾਡੀਜ਼ ਹੈ, ਜੀ ਲੋਕਾਂ ਦੀ ਚੁਣੀ ਹੋਈ ਸਥਾਨਕ ਸਰਕਾਰ ਹੈ, ਫੈਸਲਾ ਉਹਨੇ ਲੈਣਾ, ਅਫਸਰਾਂ ਨੇ ਨਹੀਂ ਫੈਸਲਾ ਲੈਣਾ, ਇਹ ਤੁਸੀਂ ਲਓ। ਇੱਕ ਤਾਂ ਬਹੁਤ ਵੱਡਾ ਇਮਤਿਹਾਨ ਇਹ ਪਤਾ, ਜੇ ਤਾਂ ਹੁਣ ਉਹ ਮੈਡਮ ਉਹਦੇ ਤੇ ਵਿਚਾਰ ਕਰਦੀ ਹੈ ਜੀ, ਤਾਂ ਉਹ ਵਿਚਾਰ ਕਰਨ ਦੇ ਨਾਲ, ਕਿਉਂਕਿ ਬਹੁਤ ਸਾਰੇ ਕਾਉਂਸਲਰ ਹੈ, ਕਿਹੜਾ ਕਾਉਂਸਲਰ ਕਹੂਗਾ ਵੀ ਇਹ ਮੇਰੀਆਂ ਵੋਟਾਂ ਖਰਾਬ ਹੋਣ? ਜੀ ਕੱਲ ਨੂੰ ਉਹਨਾਂ ਨੇ ਅਸੈਂਬਲੀ ਦੀਆਂ ਵੋਟਾਂ ਵੀ ਲੈਣੀਆਂ, ਫਿਰ ਵੀ ਅੱਗੇ ਵੀ ਲੈਣੀਆਂ, ਲੋਕ ਸਾਰੇ ਖਿਲਾਫ ਹੋਣਗੇ, ਤੇ ਆਪੋਜੀਸ਼ਨ ਵਾਲੇ ਵੀ ਨਾਲ ਆਉਣਗੇ ਜੀ। ਜੇ ਹੁਣ ਦੋ ਮਨਪ੍ਰੀਤ ਸਿੰਘ ਬਾਦਲ, ਆਪਣਾ ਤੁਹਾਡੇ ਜਗਰੂਪ ਸਿੰਘ ਗਿੱਲ ਤੇ ਸੁਖਦੀਪ ਸਿੰਘ ਢਿੱਲੋਂ ਤਾਂ ਕਾਂਗਰਸ ਦੇ ਹੋ ਗਏ, ਨਾਲ ਉਹ ਵੀ ਆ ਗਏ, ਤੇ ਵੱਡਾ ਪੱਬਲ ਪੈ ਗਿਆ। ਇੱਕ ਜਿਹੜੀ ਬੜੀ ਆਪਣੀ ਜਿਹੜੀ ਲੁੱਟ ਸੁੱਟ ਦਾ ਮਾਮਲਾ ਦਾਨੇਵਾਲੀਆ ਸਾਹਿਬ, ਉਹ ਤਾਂ ਬਹੁਤ ਹੀ ਭਿਆਨਕ ਹੈ। ਦੂਜਾ ਮੁੱਦਾ ਉਹਨਾਂ ਨੇ ਇਹ ਕੀਤਾ ਕਿ ਇੱਥੇ ਇੱਕ ਤਰਵੈਣੀ ਕੰਪਨੀ ਹੈ। ਤੁਹਾਡੇ ਯਾਦ ਹੈ ਜਦੋਂ 2007 ਦੇ ਵਿੱਚ ਇੱਥੇ ਸਰਕਾਰ, ਅਕਾਲੀ ਸਰਕਾਰ ਆਈ ਹੈ, ਬੜੇ ਲਾਮ ਲਸ਼ਕਰ ਨਾਲੋਂ ਵੱਡੀਆਂ ਮਸ਼ੀਨਾਂ ਵੱਡੀਆਂ ਮਸ਼ੀਨਾਂ ਆਈਆਂ ਸੀ, ਉਦੋਂ ਤਰਵੈਣੀ ਕੰਪਨੀ ਨੂੰ ਇਹ ਕੰਮ ਦਿੱਤਾ ਸੀ, ਸੀਵਰੇਜ ਬੋਰਡ ਦਾ। ਬਠਿੰਡਾ ਦਾ ਜਦੋਂ ਦਾ ਜੰਮਿਆ, ਮੈਨੂੰ ਲੱਗਦਾ ਆਪਾਂ ਜੰਮੇ ਉਦੋਂ ਦਾ ਪੱਟਾ ਹੀ ਸੀ। ਮੈਂ ਤਾਂ ਦਾਨੇਵਾਲੀਆ ਸਾਹਿਬ ਕਹਿੰਦਾ ਕਿ ਜਿੰਨਾ ਪੈਸਾ ਸੀਵਰੇਜ ਦੇ ਉੱਤੇ ਪੰਜਾਬ ਸਰਕਾਰ ਦਾ ਜਾਂ ਨਗਰ ਨਿਗਮ ਦਾ ਜਾਂ ਕਮੇਟੀ ਦਾ ਲੱਗ ਗਿਆ, ਜੀ ਉਹ ਪੈਸੇ ਨੂੰ ਜੇ ਆਪਾਂ ਲੈ ਲਈਏ ਤਾਂ ਸਾਰੇ ਬਠਿੰਡੇ ਨੂੰ ਢਾਹ ਕੇ ਨਵਾਂ ਬਣਾ ਦਿੰਦੇ ਨੇ, ਤੇ ਘੱਟ ਪੈਸਾ ਨਾਲ ਸਰ ਜਾਂਦਾ। ਇੰਨਾ ਪੈਸਾ ਸੀਵਰੇਜ ਬੋਰਡ ਦੇ ਉੱਤੇ ਲੱਗਿਆ, ਚੱਬੇ ਜਾ ਰਿਹਾ ਹੈ, ਖਾਧਾ ਹੀ ਜਾ ਰਿਹਾ ਹੈ। ਜਦੋਂ ਪ੍ਰਾਈਵੇਟ ਕੰਪਨੀ ਨੂੰ ਕਹਿੰਦੇ ਵੀ ਜੀ ਇਹ ਤਾਂ ਜਿਹੜੀ ਨਗਰ ਨਿਗਮ ਨਹੀਂ ਕੰਮ ਕਰਦੀ, ਸੀਵਰੇਜ ਬੋਰਡ ਨਹੀਂ ਕੰਮ ਕਰਦਾ, ਚੱਕੋ ਜੀ ਚੱਕ ਕੇ ਤੇ ਕੰਪਨੀ ਨੂੰ ਦੇ ਦਿਓ ਜੀ। ਉਹ ਕੰਪਨੀ ਪਤਾ ਨਹੀਂ ਕਿੱਥੋਂ ਦੀ ਕੰਪਨੀ ਹੈ, ਤੇ ਕੰਪਨੀਆਂ ਨੂੰ ਜਿਹੜੇ ਕੰਮ ਮਿਲਦੇ ਆ ਤੁਹਾਨੂੰ ਪਤਾ ਐਵੇਂ ਨਹੀਂ ਮਿਲਦੇ, ਉਹਦੇ ਵਿੱਚ ਜ਼ਰੂਰ ਕੋਈ ਹਿੱਸੇ ਪੱਤੀਆਂ ਹੁੰਦੇ ਆ। ਬਿਲਕੁਲ ਐਵੇਂ ਉਹ ਤਾਂ ਤੁਸੀਂ ਸਿਆਣੇ, ਜੇ ਉਹਨਾਂ ਨੇ ਚਵਾਨੀ ਠਿਆਨੀ ਵੀ ਰੱਖ ਲਈ ਤਾਂ ਬਹੁਤ ਬਣ ਜਾਂਦਾ। ਹਾਂਜੀ ਉਹ ਕੰਪਨੀ ਨੂੰ ਕੰਮ ਦਿੱਤਾ, ਤੇ ਉਸ ਕੰਪਨੀ ਨੇ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ। ਹੁਣ ਆ ਤੁਹਾਡਾ ਜਦੋਂ ਆਉਣਗੇ ਆਪਣੇ ਸੀਜ਼ਨ ਆਉਣਾ ਬਾਰਿਸ਼ਾਂ ਦੇ ਸੀਜ਼ਨ ਵੇਲੇ, ਜਿੱਥੇ ਪ੍ਰਸ਼ਾਸਨਿਕ ਕੰਪਲੈਕਸ ਹੈ, ਇੱਥੇ ਤੁਸੀਂ ਦੇਖੋ ਕਿ ਸੀਵਰ ਦਾ ਗੰਦਾ ਪਾਣੀ ਸਾਰਾ ਇੱਥੇ ਇਕੱਠਾ ਹੋ ਜਾਣਾ। ਜਿਹੜੇ ਵੱਡੇ ਲੱਗੇ ਪਾਈਪਾਂ ਲੱਗੀਆਂ, ਉਹਨਾਂ ਪਾਈਪਾਂ ਦੇ ਵਿੱਚੋਂ ਗੰਦਾ ਪਾਣੀ ਸਾਰਾ ਬਦਬੂ ਮਾਰਦਾ ਆਲੇ ਦੁਆਲੇ। ਇਹ ਸਿਵਲ ਲਾਈਨ ਏਰੀਏ ਦੀ ਗੱਲ ਹੈ, ਕਿੰਨਾ ਭਿਆਨਕ ਹੁੰਦਾ। ਉਹਦੇ 'ਚ ਜਦੋਂ 2017 'ਚ ਕਾਂਗਰਸੀ ਸਰਕਾਰ ਬਣ ਗਈ, 10 ਸਾਲ ਤਾਂ ਉਹ ਰਹੀ ਉਸ ਯੁੱਗ 'ਚ। ਕਾਂਗਰਸ ਸਰਕਾਰ ਬਣ ਗਈ, ਉਸ ਵੇਲੇ ਜਗਰੂਪ ਸਿੰਘ ਗਿੱਲ ਹਾਊਸ ਦੇ ਵਿੱਚ ਵਿਰੋਧੀ ਧਿਰ ਦਾ ਆਗੂ ਹੁੰਦਾ ਸੀ। ਮਨਪ੍ਰੀਤ ਸਿੰਘ ਬਾਦਲ ਨੇ, ਉਹਨਾਂ ਦਾ ਮੈਮੋਰੰਡਮ ਕਹਿੰਦਾ ਕਿ ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਦੇ ਜਿਹੜੇ ਕਾਉਂਸਲਰ ਸੀ ਉਹਨਾਂ ਦੀ ਮੀਟਿੰਗ ਬੁਲਾਈ, ਉਹਨਾਂ ਤੋਂ ਫੀਡਬੈਕ ਲਈ। ਉਹਨਾਂ ਨੇ ਕਿਹਾ ਜੀ ਇਹ ਤਾਂ ਕੰਮ ਬਹੁਤ ਮਾੜਾ ਹੋਈ ਜਾਂਦਾ ਹੈ, ਇਹਦੇ ਬਾਰੇ ਕੁਝ ਸੋਚੋ। ਕਹਿੰਦੇ ਜੀ ਠੀਕ ਹੈ। ਉਹਨਾਂ ਨੇ ਕਿਹਾ ਵੀ ਇਹਨਾਂ ਤੋਂ ਵਾਪਸ ਲਓ ਜੀ। ਉਹ ਤਰਵੈਣੀ ਕੰਪਨੀ ਤੋਂ ਤੇ ਸੀਵਰੇਜ ਬੋਰਡ ਤੋਂ ਕੰਮ ਵਾਪਸ ਲੈ ਕੇ ਸਿੱਧਾ ਨਗਰ ਨਿਗਮ ਨੂੰ ਦਿੱਤਾ ਜਾਵੇ। ਇਹਦੇ ਵਾਸਤੇ ਕਹਿੰਦੇ ਖਤੋ ਖਿਤਾਬਤ ਵੀ ਕੀਤਾ ਉਹਨਾਂ ਨੇ, ਲੋਕਲ ਬਾਡੀ ਦੇ ਅਫਸਰਾਂ ਨਾਲ ਵੀ, ਸੀਵਰੇਜ ਬੋਰਡ ਦੇ ਅਫਸਰਾਂ ਨਾਲ ਵੀ। ਤੇ ਗਿੱਲ ਸਾਹਿਬ ਇਹ ਕਹਿੰਦੇ ਕਿ ਮੈਨੂੰ ਸਰਦਾਰ ਮਨਪ੍ਰੀਤ ਸਿੰਘ ਹੋਰਾਂ ਨੇ ਆ ਕੇ ਦੱਸ ਦਿੱਤਾ ਸੀਗਾ ਕਿ ਜੀ ਅਸੀਂ ਬਹੁਤ ਕੰਮ ਨਿਪਟਾ ਲਿਆ ਜੀ। ਇਹ ਵੀ ਦੱਸਦਾ ਸੀ, ਕਮੇਟੀ ਦੇ ਵਿੱਚੋਂ ਵੀ ਆ ਗਿਆ ਸੀ ਵੀ ਉਹਨਾਂ ਦੇ ਖਤੋ ਖਿਤਾਬ ਸਾਡੇ ਕੋਲੇ ਆ ਗਏ। ਹੁਣ ਦੂਜੀ ਉਹਨੇ ਜਿਹੜੀ ਡਿਮਾਂਡ ਕੀਤੀ, ਉਹ ਮੈਡਮ ਨੂੰ ਕਿਹਾ ਕਿ ਇਹ ਜਿਹੜਾ ਤਰਵੈਣੀ ਵਾਲਿਆਂ ਤੋਂ ਕੰਮ ਵਾਪਸ ਲੈਣ ਵਾਸਤੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਜਿਹੜਾ ਚਿੱਠੀ ਪੱਤਰ ਕੀਤਾ ਹੈ, ਉਹ ਟੇਬਲ ਤੇ ਲੈ ਕੇ ਆਓ ਜੀ, ਸਾਰਾ ਚਿੱਠੀ ਪੱਤਰ, ਔਰ ਇਹਨੂੰ ਵੀ ਵਿਚਾਰੋ। ਇਹ ਹੁਣ ਤੁਸੀਂ ਦੇਖੋ ਕਿ ਜੇ ਮੀਟਿੰਗ ਪਹਿਲੀ ਵੀ ਨਹੀਂ ਹੋਣੀ, ਪਹਿਲੀ ਮੀਟਿੰਗ ਹੋਣੀ ਤੇ ਪਹਿਲੀ ਮੀਟਿੰਗ ਦੇ ਵਿੱਚ ਹੀ ਪੜਾਕੇ ਪੈ ਗਏ। ਇਹ ਪੜਾਕੇ ਜਿਹੜੇ ਪੈਣੇ, ਤੇ ਮੈਂ ਇਹਨੂੰ ਇਹ ਸਮਝਦਾ ਕਿ ਇਹ ਇੱਕ ਬਹੁਤ ਵੱਡਾ ਸੂਬੀ ਵਾਲੇ ਬੰਬ ਹੈ। ਇਹ ਸੂਬੀ ਵਾਲੇ ਬੰਬ ਹੈ। ਇਹ ਜਿਹੜੀ ਸੂਬੀ ਬੰਨਤੀ ਮਤਲਬ ਜਗਰੂਪ ਸਿੰਘ ਗਿੱਲ ਨੇ, ਤੇ ਬੰਬ ਨੇ ਉਹਨੂੰ ਪੜਾਕੇ ਕੀ ਪਾਉਣੇ ਹੈ। ਇਹ ਪੜਾਕਿਆਂ ਦਾ ਪਤਾ ਲੱਗੂਗਾ ਆਪਾਂ ਨੂੰ 2017 ਦੀ ਜਿਹੜੀ ਚੋਣ ਹੋਣੀ ਹੈ ਉਦੋਂ ਤੱਕ। 22 17 ਵਾਲੀ ਤਾਂ ਮੁੱਕ ਜਾਣੀ ਹੈ, ਕੁਝ ਮਹੀਨੇ ਰਹਿ ਗਏ। ਇਹ ਜਿਹੜੇ ਆ ਮਤਲਬ ਕੱਲੇ ਸੂਬੀਆਂ ਬਣ ਕੇ ਬੰਬ ਸਿੱਟੀ ਜਾਂਦੇ ਆ ਨਾ ਗਿੱਲ ਸਾਹਿਬ। ਮੇਰਾ ਖਿਆਲ ਹੈ ਵੀ ਇਹ ਬੰਬ ਕਈ ਘਰਾਂ ਦੇ ਵਿੱਚ ਜਿਹੜੇ ਆ ਜਿਹੜੀ ਹਲਚਲ ਪੈਦਾ ਕਰੂਗਾ ਜੀ। ਢਿੱਲੋਂ ਸਾਹਿਬ, ਗੱਲ ਕਰੋਨਾ ਦੀ ਕਰਦੇ ਹਾਂ। ਕਰੋਨਾ ਦੇ ਆਪਾਂ ਕੁਝ ਛੇੜ ਕੇ ਵੀ ਹਟੇ ਹਾਂ, ਗੱਲ ਸਾਰਾ ਕੁਝ ਕੀਤਾ ਕਿ ਕਰੋਨਾ ਦੀ ਜਿਹੜੀ ਸਥਿਤੀ ਹੈ
ਭਾਰਤ ਖਾਸ ਕਰਕੇ, ਕਿਉਂਕਿ ਜਿਵੇਂ ਗੱਲਾਂ ਹੋ ਰਹੀਆਂ ਕਿ ਇੱਦਾਂ ਹੀ ਲੱਗਦਾ ਵੀ ਭਾਰਤ ਦਾ ਕੋਈ ਗੱਲ ਹੀ ਵਾਰਸੀ ਹੈ ਨਹੀਂ, ਹਾਂਜੀ। ਬੇਵਾਰਸਾ ਜਾਂ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਹੁੰਦਾ ਨਾ ਵੀ ਕੌਣ ਚਲਾ ਰਿਹਾ, ਕੌਣ ਹੈ, ਕੀ ਹੈ। ਹੁਣ ਜਿਹੜੀ ਦੁਨੀਆ ਤੋਂ ਗੱਲ ਆ ਰਹੀ ਹੈ ਤੀਜੀ ਲਹਿਰ ਦੀ, ਕਹਿੰਦੇ ਆ ਤਾਂ ਦੂਜੀ ਨੇ ਤਾਂ ਪੜਾਕੇ ਪਾਤੇ, ਹੁਣ ਕਹਿੰਦੇ ਤੀਜੀ ਇੱਕ ਹੋਰ ਤਿਆਰ ਹੈ। ਕੀ ਬਣੂ ਦੁਨੀਆ ਦਾ? ਦੇਖੋ, ਜਿਹੜੀ ਤੀਜੀ ਲਹਿਰ ਵਾਲੀ ਗੱਲ ਕੀਤੀ ਹੈ ਜੀ, ਇਹ ਕੀਤੀ ਹੈ ਜਿਹੜੇ ਭਾਰਤ ਸਰਕਾਰ ਨਾਲ ਸੰਬੰਧਿਤ ਇਹਨਾਂ ਦੇ ਆਪਣੇ ਐਡਵਾਈਜ਼ਰ ਹੈ, ਸਲਾਹਕਾਰ ਹੈ। ਉਹਦੇ ਵਿੱਚ ਨੀਤੀ ਆਯੋਗ ਦੇ ਮੈਂਬਰ ਵੀ ਹੈਗੇ, ਉਹਦੇ ਵਿੱਚ ਜਿਹੜੇ ਹੈਗੇ ਆ ਐਡਵਾਈਜ਼ਰੀ ਕਾਊਂਸਲ ਦੇ ਮੈਂਬਰ ਵੀ ਹੈਗੇ ਆ। ਉਹਨਾਂ ਨੇ ਸ਼ਾਇਦ ਦੁਨੀਆ ਦੇ ਵਿੱਚੋਂ, ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਜਿਹੜੀ ਫੀਡਬੈਕ ਉਹਨਾਂ ਨੂੰ ਮਿਲੀ ਹੈ, ਅਤੇ ਉਹਨਾਂ ਨੇ ਕਿਹਾ ਜੀ ਵੀ ਜਿਹੜੀ ਤੀਜੀ ਲਹਿਰ ਆ ਰਹੀ ਹੈ ਜੀ, ਇਹ ਹੋਣ ਵਾਲੀਆਂ ਨਾਲੋਂ ਵੀ ਬਹੁਤ ਭਿਆਨਕ ਹੋਊ। ਅੱਜ ਦੀ ਜਿਹੜੀ ਪੋਜੀਸ਼ਨ ਦਾਨੇਵਾਲੀਆ ਸਾਹਿਬ ਹੁਣ ਤੱਕ ਆਪਣੇ ਸਾਹਮਣੇ ਆਈ ਹੈ, ਦੁਪਹਿਰ ਵੇਲੇ ਤੱਕ ਜੀ ਬਠਿੰਡਾ ਦੇ ਵਿੱਚ 20 ਡੈਥਸ ਜਿਹੜੀਆਂ ਹੋ ਚੁੱਕੀਆਂ ਕਰੋਨਾ ਦੇ ਨਾਲ, ਔਰ ਇਹ ਖਬਰਾਂ ਵੀ ਆ ਰਹੀਆਂ ਕਿ ਬੁਰਾ ਹਾਲ ਤੇ ਬੈਂਕੇ ਦਿਹਾੜੇ ਹੋਏ ਪਏ ਆ ਤੁਹਾਡੇ ਸ਼ਮਸ਼ਾਨ ਘਾਟ ਦੇ ਵਿੱਚ ਜੀ। ਸੰਸਕਾਰ ਵਾਸਤੇ ਥਾਂ ਹੈ ਨਹੀਂ ਸੀ, ਹਾਲਾਂਕਿ ਬਠਿੰਡੇ ਦੇ ਸ਼ਮਸ਼ਾਨ ਘਾਟ 2-3 ਹੈ। ਜਿਹੜਾ ਮੇਨ ਸ਼ਮਸ਼ਾਨ ਘਾਟ ਹੈ ਜਿਹਨੂੰ ਆਪਾਂ ਰਾਮ ਬਾਗ ਕਹਿੰਦੇ, ਉੱਥੇ ਤੇ ਕਾਫੀ ਉਹਨਾਂ ਨੇ ਪ੍ਰਬੰਧ ਕੀਤਾ ਹੋਇਆ ਹੈ ਜੀ। ਇਹਦੇ ਨਾਲ ਹੀ ਇੱਕ ਹੋਰ ਭਿਆਨਕ ਗੱਲ ਹੈ ਕਿ ਜਦੋਂ ਕਰੋਨਾ ਮਹਾਮਾਰੀ ਹੋ ਗਈ ਜੀ, ਮੁਕਤਸਰ ਤੇ ਬਠਿੰਡਾ ਦੇ 4 ਡਾਕਟਰ ਹੁਣ ਅਸਤੀਫੇ ਦੇ ਚੁੱਕੇ ਹੈ। ਵੇਖਣ ਨੂੰ ਤਾਂ ਗੱਲ ਬੜੀ ਭਿਆਨਕ ਲੱਗਦੀ ਹੈ। ਕੋਈ ਅਸਤੀਫੇ ਉਹਨਾਂ ਨੇ ਇਹ ਨਹੀਂ ਦਿੱਤੇ ਕਿ ਅਸੀਂ ਪ੍ਰੋਟੈਸਟ ਦੇ ਵਿੱਚ ਨਹੀਂ, ਉਹਨਾਂ ਨੂੰ ਪਤਾ ਲੱਗਾ ਕੰਮ ਆ ਗਿਆ ਵੀ 2000 ਦਾ ਮੰਜਾ ਜਿਹੜਾ ਕੋਈ ਲੈਂਦਾ ਨਹੀਂ ਸੀ, ਜੇ ਉਹੀ ਕਿਰਾਏ ਤੇ ਲੈ ਲਿਆ। ਆਪਣੇ ਬਠਿੰਡੇ 'ਚ ਹੁਣ 3-4 ਜਾਲੀ ਹਸਪਤਾਲ ਹੀ ਚੱਲੀ ਜਾਂਦੇ, ਤੇ ਉਹ ਤਾਂ ਡਾਕਟਰ ਆ ਫੇਰ ਵੀ ਕਰੋਨਾ ਨਾਲ ਉਹਨੇ ਕਮਾਉਣੇ ਨਹੀਂ ਜਿੰਨੇ ਇਹਨਾਂ ਦੇ ਮਹੀਨੇ 'ਚ ਕਮਾ ਲੈਣੇ। ਜਿਨ੍ਹਾਂ ਨੇ ਬਠਿੰਡਾ ਤੋਂ ਜਿਹਨੇ ਡਾਕਟਰਾਂ ਨੇ ਅਸਤੀਫਾ ਦਿੱਤਾ, ਉਹ ਕਰੋਨਾ ਦੇ ਇਲਾਜ ਨਾਲ ਸੰਬੰਧਿਤ ਡਾਕਟਰ ਹੈ ਜੀ। ਉਹ ਇਲਾਜ ਕਰਦੇ ਵੀ ਰਹੇ, ਉਹਨਾਂ ਨੇ ਦੇ ਕੇ ਤੇ ਨਾਲ ਦੀ ਨਾਲ ਆਪਣੇ ਪ੍ਰਾਈਵੇਟ ਥਾਵਾਂ ਤੇ ਬਹਿ ਗਏ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਦੋਂ ਮਹਾਮਾਰੀ ਫੈਲੀ ਹੋਈ ਹੈ, ਕੀ ਇਹਨੂੰ ਕਹਾਂਗੇ ਪੈਂਡੈਮਿਕ ਹੈ ਜਾਂ ਜਿਹੜਾ ਉਹ ਕੀ ਕਾਨੂੰਨ ਕਿਹੜਾ ਹੈਗਾ, ਇਹ ਇਹਨਾਂ ਦੇ ਪਰਚਾ ਨਹੀਂ ਹੋਣਾ ਚਾਹੀਦਾ। ਮੈਂ ਤਾਂ ਕਹਿੰਦਾ ਬਿਲਕੁਲ ਹੋਣਾ ਚਾਹੀਦਾ। ਇਹਨਾਂ ਦੀ ਰੱਦ ਨਹੀਂ ਹੋਣੀ ਚਾਹੀਦੀ, ਰਜਿਸਟ੍ਰੇਸ਼ਨ ਇਹਨਾਂ ਦੀ ਰੱਦ ਹੋਣੀ ਚਾਹੀਦੀ, ਇਹਨਾਂ ਨੂੰ ਇਜਾਜ਼ਤ ਨਹੀਂ ਹੋਣੀ ਚਾਹੀਦੀ। ਦੇਸ਼ ਧਰੋਹ ਤਾਂ ਇਦੋਂ ਵੱਡਾ ਦੇਸ਼ ਧਰੋਹ ਕੀ ਹੋਊਗਾ? ਦੇਸ਼ ਧਰੋਹ ਤੁਸੀਂ ਦੁਨੀਆ ਦੇ ਤਾਂ ਲਾ ਦਿੰਦੇ ਹੋ ਜਾ ਕੇ, ਉਹਨਾਂ ਤੇ ਲਾਤਾ ਜੀ ਜਿਹੜੇ ਕੋਈ ਮਾੜਾ ਮੋਟਾ ਕਿਸਾਨਾਂ ਦੇ ਹੱਕ 'ਚ ਬੋਲਦੇ ਆ, ਉਹਨਾਂ ਤੇ ਦੇਸ਼ ਧਰੋਹ। ਜਿਹੜਾ ਡਾਕਟਰਾਂ ਨੇ ਇਸ ਵੇਲੇ ਮਹਾਮਾਰੀ ਦੇ ਦੌਰ ਦੇ ਵਿੱਚ, ਜਦੋਂ ਮਤਲਬ ਲੜਾਈ ਦੀ ਲੋੜ ਹੈ ਜੀ, ਲੜਾਈ ਦੇ ਵਿੱਚ ਜੇ ਮਤਲਬ ਆਪਾਂ ਜਿਹੜੇ ਹੈਗੇ ਜੇ ਕਮਾਂਡਰ ਬਦਲ ਗਏ ਤੇ ਫਿਰ ਹੋਊਗਾ ਕਿ ਉਹ ਲੜਾਈ ਲਾਲਚ ਪੱਖੋਂ ਢਿੱਲੋਂ ਸਾਹਿਬ, ਮੈਂ ਹੈਰਾਨ ਆ। ਬਠਿੰਡੇ ਦੇ ਵਿੱਚ 50,000 ਰੁਪਇਆ ਰੇਟ ਹੋ ਗਿਆ ਬੈੱਡ ਦਾ 2 ਦਿਨਾਂ ਦੇ ਵਿੱਚ। ਹਾਂਜੀ। ਤੇ ਦੱਸੋ, ਉਹ ਤਾਂ ਚੱਲ ਫੜੇ ਨਹੀਂ ਜਾਂਦੇ ਆ, ਜਿਹੜੇ ਛੱਡ ਕੇ ਗਏ ਇਹ ਤਾਂ ਬਾਹਾਂ ਬੰਨਣੀਆਂ ਚਾਹੀਦੀਆਂ ਇਹ। ਔਰ ਇਹਦੇ ਨਾਲ ਜਿਹੜੀ ਹੁਣ ਆ ਗਈ ਵੀ ਤੀਜੀ ਲੇਅਰ ਆ ਰਹੀ ਹੈ, ਮਾਰਾ ਨੂੰ ਹਾਲੇ ਨਹੀਂ ਪਤਾ ਕਿ ਉਹਦਾ ਸਮਾਂ ਕਿਹੜਾ ਹੈ ਜੀ, ਇਹ ਨਹੀਂ ਦੱਸਿਆ। ਔਰ ਅੱਜ ਇਸ ਗੱਲ ਦੇ ਉੱਤੇ ਦੇਸ਼ ਦੀ ਸੁਪਰੀਮ ਕੋਰਟ ਦੇ ਵਿੱਚ ਵੀ ਚਿੰਤਾ ਪ੍ਰਗਟ ਕੀਤੀ ਗਈ। ਸੁਪਰੀਮ ਕੋਰਟ ਨੇ ਵੀ ਕਿਹਾ, ਤੇ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਕਿਉਂਕਿ ਪੜ੍ਹਦੇ ਬਹੁਤ ਹੈ ਜੀ, ਉਹਨਾਂ ਦੇ ਕੋਲ ਹੋਰ ਵੀ ਫੀਡਬੈਕ ਪਾਸੇ ਤੋਂ ਕਹਿੰਦੀ ਇਹ ਵੀ ਜਿਹੜੀ ਅਗਲੀ ਆਉਣੀ ਹੈ, ਅਗਲੀ ਜਿਹੜੀ ਲੇਅਰ ਹੈ ਜੀ, ਉਹ ਲੇਅਰ ਜਿਹੜੀ ਹੈਗੀ ਆ ਉਹ ਬੱਚਿਆਂ ਤੇ ਜਵਾਨੀ ਲਈ ਬੜੀ ਖਤਰਨਾਕ ਹੈ। ਮੈਨੂੰ ਹੁਣੇ ਅੱਜ ਪਤਾ ਚੱਲਿਆ 2 ਸਾਲ ਦੀ ਬੱਚੀ ਨੂੰ ਹੋ ਗਿਆ। ਦੱਸੋ। ਹਾਂਜੀ 16, 18 ਸਾਲ ਦੇ ਬੱਚਿਆਂ ਨੂੰ ਹੋਈ ਜਾਂਦਾ। ਔਰ ਕੈਨੇਡਾ ਦੇ ਵਿੱਚੋਂ ਖਬਰਾਂ ਇਹ ਆ ਰਹੀਆਂ ਕਿ ਕੈਨੇਡਾ 'ਚ 18 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਜਿਹੜੇ ਉਹਨਾਂ ਦੀ ਜਿਹੜੀ ਹੈ ਵੈਕਸੀਨੇਸ਼ਨ ਸ਼ੁਰੂ ਹੋ ਗਈ, ਟੀਕੇ ਲੱਗਣੇ ਸ਼ੁਰੂ ਹੋ ਗਏ। ਸਾਡੇ ਹਾਲਤ ਇਹ ਹੈ ਕਿ ਸਾਡੇ ਕੋਲ ਨਾ ਤਾਂ ਅਜੇ ਤੱਕ ਆਕਸੀਜਨ 45 ਸਾਲ ਆਕਸੀਜਨ ਹੀ ਨਹੀਂ ਹਜੇ ਮਿਲਣ ਲੱਗੀ ਪੂਰੀ ਹੁੰਦੀ, ਨਾ ਸਾਨੂੰ ਵੈਕਸੀਨ ਮਿਲਦੀ ਹੈ। ਵੈਕਸੀਨ ਦੀ ਹਾਲਤ ਹੁਣ ਇਹ ਹੈ ਕਿ ਅੱਜ ਦੀ ਵੈਕਸੀਨ ਜਿਹੜੀ ਲੱਗੀ ਕੱਲ ਤੜਕੇ ਵਾਸਤੇ ਵੈਕਸੀਨ ਹੋਣੀ, ਸੈਕਿੰਡ ਵਾਲੇ ਨੂੰ ਪਤਾ ਹੀ ਨਹੀਂ ਕੀ ਬਣੂਗਾ, ਕੀ ਬਣੂਗਾ ਜੀ। ਨਾ ਮੈਂ ਤਾਂ ਆਪ ਡਰਦਾ ਲਵਾ ਕੇ, ਮੈਂ ਤਾਂ ਆਪ ਵੀ ਕਿਤੇ ਸੈਕਿੰਡ ਵਾਲੀ, ਕਿਤੇ ਆਪਣੇ ਵੇਲੇ ਜਿਹੜਾ ਸੈਕਿੰਡ ਬੂਸਟਰ ਲਵਾਉਣਾ ਸੀ ਉਹਨੂੰ ਕਿਤੇ ਮੁੱਕ ਨਾ ਜਾਵੇ। ਹਾਂ, ਭੱਜ ਕੇ ਲਵਾ ਕੇ ਆਏ ਕਰੀਏ। ਕਿੰਨੇ ਲੋਕ ਆ ਜਿਹੜੇ ਇਸ ਤਰ੍ਹਾਂ ਫਸੇ ਪਏ ਯਾਰ, ਓਹੋ ਕੀ ਕਰੋਗੇ? ਢਿੱਲੋਂ ਸਾਹਿਬ, ਫਿਰ ਇਹੀ ਗੱਲ ਜਿਹੜੀ ਕਿਹਨੇ ਕਿਹਾ ਕਿ ਅਫਸਰਾਂ ਨੂੰ ਜੇਲ੍ਹ ਭੇਜਣ ਨਾਲ ਆਕਸੀਜਨ ਨਹੀਂ ਪੂਰੀ ਹੋਣੀ? ਇਹ ਦੇਖੋ, ਜਿਹੜੀ ਹੈ ਦਿੱਲੀ ਹਾਈ ਕੋਰਟ ਨੇ ਜੀ, ਦਿੱਲੀ ਹਾਈ ਕੋਰਟ ਨੇ ਇੱਕ ਤੋਂ ਵੱਧ ਵਾਰੀ ਜਿਹੜੀ ਹੈ ਦਿੱਲੀ ਸਰਕਾਰ, ਕੇਂਦਰ ਸਰਕਾਰ, ਜੋ ਦਿੱਲੀ ਸਰਕਾਰ ਦੀ ਗੱਲ ਕਰਦੇ ਆਪਾਂ ਕੇਜਰੀਵਾਲ ਦੀ ਨਹੀਂ ਕਰਦੇ, ਉਹ ਤਾਂ ਮਿਊਨਿਸਪੈਲਿਟੀ ਯੂਨੀਅਨ ਗਵਰਨਮੈਂਟ ਨੂੰ ਉਹਨਾਂ ਨੇ ਹਦਾਇਤ ਦਿੱਤੀ ਕਿ ਤੁਸੀਂ ਦਿੱਲੀ ਵਾਸਤੇ ਆਕਸੀਜਨ ਦਿਓ, ਲੇਕਿਨ ਯੂਨੀਅਨ ਗਵਰਨਮੈਂਟ ਜਿਹੜੀ ਹੈਗੀ ਆ ਉਹਨਾਂ ਹਦਾਇਤਾਂ ਦੀ ਪਾਲਣਾ ਨਾ ਕਰ ਸਕੀ ਜੀ। ਪਹਿਲਾਂ ਮਲਮੀ ਜੀ ਜੀਭ ਨਾਲ ਜੱਜ ਸਾਹਿਬਾਨ ਨੇ ਕਹਿਤਾ ਸੀ ਕਿ ਮਾਮਲਾ ਕੰਟੈਂਪਟ ਆਫ ਕੋਰਟ ਬਣਦਾ, ਅਸੀਂ ਹੁਕਮ ਦਿੰਦੇ ਤੁਸੀਂ ਇਹਨੂੰ ਲਾਗੂ ਨਹੀਂ ਕਰਦੇ, ਉਹ ਗੱਲ ਚੱਲੀ ਨਹੀਂ ਜੀ। ਫਿਰ ਸੁਪਰੀਮ ਕੋਰਟ ਦਾ ਵੀ ਹੁਕਮ ਆ ਗਿਆ। ਸੁਪਰੀਮ ਕੋਰਟ ਨੇ ਆਪਣੇ ਹੁਕਮ ਦੇ ਵਿੱਚ ਕਹਿ ਦਿੱਤਾ ਸੀ ਕਿ 700 ਮੀਟਰ ਟਨ ਹੈ ਜਿਹੜੀ ਜੀ, ਉਹ ਦਿੱਲੀ ਨੂੰ 1 ਦਿਨ ਦੇ ਲਈ ਚਾਹੀਦੀ ਹੈ ਤੁਹਾਡੀ ਮੈਡੀਕਲ ਆਕਸੀਜਨ, ਉਹ ਦਿਓ। ਉਹਦਾ ਨਾ ਹੋਇਆ, ਸੁਣਵਾਈ ਚੱਲਦੀ ਸੀ। ਅਖੀਰ ਦਿੱਲੀ ਹਾਈ ਕੋਰਟ ਦੇ ਸਾਹਮਣੇ ਜਦੋਂ ਸੁਣਵਾਈ ਆ ਗਈ ਤੇ ਦਿੱਲੀ ਹਾਈ ਕੋਰਟ ਨੇ ਜੀ ਫਿਰ ਜਿਹੜੇ ਇਹਨਾਂ ਦੇ ਹੈਲਥ ਡਿਪਾਰਟਮੈਂਟ ਦੇ ਗ੍ਰਹਿ ਵਿਭਾਗ, ਉਹਨਾਂ ਦੇ ਅਫਸਰਾਂ ਨੂੰ ਕੰਟੈਂਪਟ ਆਫ ਕੋਰਟ ਦਾ ਨੋਟਿਸ ਦਿੱਤਾ ਜੀ ਕਿ ਆਓ ਤੇ ਆ ਕੇ ਤੁਸੀਂ ਆਪਣੀ ਪੋਜੀਸ਼ਨ ਸਪਸ਼ਟ ਕਰੋ। ਫਿਰ ਭਾਰਤ ਸਰਕਾਰ ਦੀਆਂ ਜਿਹੜੀਆਂ ਕੰਨ ਖੁੱਲ੍ਹ ਗਏ ਵੀ ਇਹ ਤਾਂ ਕੰਮ ਬੜਾ ਕਲੱਲਾ ਹੋ ਗਿਆ ਜੀ। ਉਹ ਤੋਂ ਬਾਅਦ ਫਿਰ ਜੀ ਇਹਨਾਂ ਨੇ
ਕੰਟੈਂਪਟ ਆਫ ਕੋਰਟ ਨੂੰ ਫੇਸ ਕਰਨ ਦੀ ਬਜਾਏ ਜਿਹੜੀ ਦਿੱਲੀ ਹਾਈ ਕੋਰਟ ਦਾ ਇਹ ਫੈਸਲਾ ਸੀ ਜੀ ਇਹਦੇ ਖਿਲਾਫ ਉਹਨਾਂ ਨੇ ਅਪੀਲ ਕਰਤੀ ਸੁਪਰੀਮ ਕੋਰਟ 'ਚ। ਔਰ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਇਹ ਅਪੀਲ ਹੈ ਇਹ ਚਲੀ ਗਈ ਜਸਟਿਸ ਚੰਦਰਾਚੂੜ ਤੇ MR ਸ਼ਾਹ ਦੇ ਬੈਂਚ ਕੋਲੇ ਜੀ। ਉਹਨਾਂ ਨੇ ਗੱਲਾਂ ਬਾਤਾਂ ਦੇ ਵਿੱਚ ਥੋੜਾ ਜਿਹਾ ਸੈਂਟਰ ਸਰਕਾਰ ਨੂੰ ਵੀ ਝਾੜਿਆ ਵੀ ਭਾਈ ਇਹ ਹੁਣ ਹੋ ਕੀ ਰਿਹਾ ਹੈ, ਪਰ ਫਿਰ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਅਸੀਂ ਤੇ ਵਿਚਾਰ ਕਰਦੇ ਹਾਂ ਜੀ। ਔਰ ਮਾਣਯੋਗ ਹਾਈ ਕੋਰਟ ਨੇ ਜਦੋਂ ਕੰਟੈਂਪਟ ਨੋਟਿਸ ਦਿੱਤਾ ਤੇ ਉਹਦੇ ਵਿੱਚ ਉਹਨਾਂ ਨੇ ਉਚੇਚੇ ਤੌਰ ਤੇ ਜ਼ਿਕਰ ਕੀਤਾ ਕਿ ਸਾਡੇ ਵੱਲੋਂ ਹੁਕਮ ਦੇਣ ਤੋਂ ਇਲਾਵਾ ਸੁਪਰੀਮ ਕੋਰਟ ਵੀ ਹੁਕਮ ਦੇ ਚੁੱਕੀ ਹੈ ਤੇ ਤੁਸੀਂ ਇਸ ਹੁਕਮ ਦੇ ਉੱਤੇ ਅਮਲ ਨਹੀਂ ਕੀਤਾ। ਜੀ ਜੀ। ਇਹ ਅਦਾਲਤ ਦੀ ਜਿਹੜੀ ਹੈਗੀ ਆ ਹੁਕਮ ਅਧੂਰੀ ਹੈ ਤੇ ਹੱਕ ਅਦਾਲਤ ਦੀ ਹੱਦ ਤੱਕ ਇੱਜ਼ਤ ਚਾਹੁੰਦੀ ਹੈ, ਤੁਹਾਡੇ ਖਿਲਾਫ ਕਾਰਵਾਈ ਨਾ ਕੀਤੀ ਜਾਵੇ। ਹੁਣ ਜਦੋਂ ਮਾਮਲਾ ਸੁਪਰੀਮ ਕੋਰਟ 'ਚ ਪਹੁੰਚ ਗਿਆ ਤੇ ਸੁਪਰੀਮ ਕੋਰਟ ਨੇ ਪੁੱਛਿਆ ਵੀ ਹਾਂ ਤੁਹਾਡੇ ਕੋਲ ਪ੍ਰਬੰਧ ਕੀ ਹੈ ਜੀ, ਤੁਸੀਂ ਇਹ ਦੱਸੋ ਤੁਸੀਂ ਕਿੰਨੀ ਜਿਹੜੀ ਹੈਗੀ ਹੈ ਗੈਸ ਇਹਨਾਂ ਨੂੰ ਹੁਣ ਤੱਕ ਦਿੱਤੀ ਮੁਹੱਈਆ ਕਰਾਈ ਹੈ। ਤੁਸ਼ਾਰ ਮਹਿਤਾ ਸਾਹਿਬ ਸੋਲਿਸਟਰ ਜਨਰਲ ਹੈ ਭਾਰਤ ਸਰਕਾਰ ਨੂੰ ਉਹੀ ਰੀਪ੍ਰੈਜ਼ੈਂਟ ਕਰਦੇ ਆ। ਹਾਂ। ਉਹ ਜੀ ਜਾ ਕੇ ਕਹਿੰਦੇ ਜੀ ਅਸੀਂ ਤਾਂ ਪੂਰਾ ਕਰੀ ਜਾਂਦੇ ਹੋ। ਉਹ ਕਹਿੰਦੇ ਵੀ ਤੁਸੀਂ ਕਿੰਨੀ ਕਹਿ ਤੁਹਾਡੇ ਕੋਲੇ ਕੀ ਹੈ ਜੀ। ਉਹਨਾਂ ਨੇ ਜੀ ਫਿਰ ਥੋੜੇ ਜਿਹੇ ਅੰਕੜੇ ਦਿੱਤੇ। ਉਹ ਕਹਿੰਦੇ ਜੀ ਅਸੀਂ ਜਿਹੜੀ ਹੈ ਜੋ ਵੀ ਇੰਨੀ ਕੁ ਆਕਸੀਜਨ ਇਸ ਦਿਨ ਨੂੰ ਦਿੱਤੀ ਹੈ ਜੀ, ਇੰਨੀ ਆਕਸੀਜਨ ਅਸੀਂ ਇਸ ਦਿਨ ਨੂੰ ਦਿੱਤੀ ਹੈ ਜੀ। ਤੇ ਸੁਪਰੀਮ ਕੋਰਟ ਨੇ ਕਿਹਾ ਵੀ ਨਹੀਂ ਇਹ ਤਾਂ ਬਹੁਤ ਘੱਟ ਹੈ, ਜਿਹੜੀ ਤੁਹਾਨੂੰ ਅਸੀਂ ਕਹੀ ਹੈ ਤੁਸੀਂ ਉਨੀ ਕਿਉਂ ਨਹੀਂ ਦਿੱਤੀ ਜੀ। ਉਹਨਾਂ ਨੇ ਕਿਹਾ ਜੀ ਇਹਨਾਂ ਦੇ ਕੋਲੇ ਉਹ ਨਾ ਇਹ ਹੈ ਨਹੀਂ ਜੀ, ਤੱਥ ਹੈ ਨਹੀਂ, ਫਲਾਨਾ ਹੈ ਨਹੀਂ, ਧਮਕਾ ਹੈ ਨਹੀਂ ਜੀ। ਉਹਨਾਂ ਨੇ ਕਿਹਾ 700 ਮੀਟ੍ਰਿਕ ਟਨ ਚਾਹੀਦੀ ਹੈ ਤੇ ਇਹਨਾਂ ਨੇ ਕਿ ਤੁਸ਼ਾਰ ਮਹਿਤਾ ਨੇ ਕਿਹਾ 4 ਮਈ ਨੂੰ ਅਸੀਂ ਦਿੱਤੀ ਸੀਗੀ ਜੀ 585 ਮੀਟ੍ਰਿਕ ਟਨ ਜੀ। 5 ਮਈ ਦੀ ਦੁਪਹਿਰ ਤੱਕ 351 ਮੀਟ੍ਰਿਕ ਟਨ ਸੀ, ਇੰਨੀ ਕਹਿ। ਹੁਣ ਸੁਪਰੀਮ ਕੋਰਟ ਨੇ ਇਹ ਕਹਿ ਦਿੱਤਾ ਸੀ ਇਹਨਾਂ ਨੂੰ ਕਿ ਬੁੱਧਵਾਰ ਜੀ ਦੀ ਅੱਧੀ ਰਾਤ ਤੱਕ, ਮਤਲਬ ਬੀਤੀ ਅੱਧੀ ਰਾਤ ਤੱਕ 700 ਮੀਟ੍ਰਿਕ ਟਨ ਦਿਓ ਤੇ ਅੱਜ 10:30 ਵਜੇ ਫਿਰ ਕਿਹਾ ਸੀ ਕਿ ਤੁਸੀਂ ਰਿਪੋਰਟ ਪੇਸ਼ ਕਰੋ ਜੀ। ਤੇ ਅੱਜ ਮੇਰਾ ਖਿਆਲ ਉਹਨਾਂ ਨੇ ਰਿਪੋਰਟ ਪੇਸ਼ ਕੀਤੀ ਹੋਣੀ। ਉਦੋਂ ਇਹ ਆਬਜ਼ਰਵੇਸ਼ਨ ਸੀ, ਟਿੱਪਣੀ ਸੀ ਮਾਨਯੋਗ ਸੁਪਰੀਮ ਕੋਰਟ ਦੀ ਕਿ ਜੇ ਅਫਸਰਾਂ ਨੂੰ ਜੇਲ੍ਹ 'ਚ ਭੇਜਤਾ, ਅਫਸਰਾਂ ਨੂੰ ਜੇਲ੍ਹ 'ਚ ਭੇਜਣ ਦੇ ਨਾਲ ਆਕਸੀਜਨ ਤਾਂ ਨਹੀਂ ਮਿਲ ਸਕਦੀ ਜੀ। ਵੱਡੀ ਗੱਲ ਇਹ ਹੈ ਕਿ ਅਸੀਂ ਲੋਕਾਂ ਦੀ ਜਾਨ ਬਚਾਉਣੀ ਹੈ ਤੇ ਆਕਸੀਜਨ ਚਾਹੀਦੀ ਹੈ, ਆਕਸੀਜਨ ਦਾ ਪ੍ਰਬੰਧ ਕੀਤਾ ਜਾਵੇ ਜੀ। ਅਗਲੀ ਗੱਲ ਇਹ ਹੈ ਕਿ ਜਿਹੜੀ ਕੇਜਰੀਵਾਲ ਸਰਕਾਰ ਹੈ ਤੇ ਮੋਦੀ ਸਰਕਾਰ ਦੇ ਅਫਸਰਾਂ ਕੁੱਕੜਾਂ ਨੂੰ ਲੜਦੇ। ਅੱਛਾ ਜੀ। ਕੇਜਰੀਵਾਲ ਕਹਿੰਦਾ ਵੀ ਸਾਡੇ ਬੰਦੇ ਮਰਦੇ ਆ ਜੀ, ਸਾਨੂੰ ਛੇਤੀ ਦਿਓ ਕੁਛ। ਉਹਨਾਂ ਦੇ ਅਫਸਰ ਕਹਿੰਦੇ ਇੱਧਰੋਂ ਇਹ ਕਹਿੰਦੇ ਜੀ ਸਾਡੇ ਕੋਲ ਦੇਣ ਵਾਸਤੇ ਹੈ ਹੀ ਕੁਛ ਨਹੀਂ। ਇਹ ਜਿਹੜਾ ਦੋਨਾਂ ਧਿਰਾਂ ਦਾ ਆਪਸ ਵਿੱਚ ਕੁੱਕੜ ਖੇਡ ਆਈ ਜਾ ਰਹੀ ਹੈ, ਇਹਦੇ ਤੇ ਮਾਣਯੋਗ ਸੁਪਰੀਮ ਕੋਰਟ ਨੇ ਫਿਰ ਇਹਨਾਂ ਨੂੰ ਕਿਹਾ, ਇੱਕ ਹਦਾਇਤ ਦਿੱਤੀ ਹੈ ਤੇ ਇਹ ਹਦਾਇਤ ਹੈ ਵੀ ਚੰਗੀ ਜੀ। ਉਹਨਾਂ ਨੇ ਜੀ BMC ਦਾ ਇੱਕ ਉਦਾਹਰਨ ਦਿੱਤਾ ਹੈ, ਬੰਬੇ ਮਿਊਨਿਸਪਲ ਕਾਰਪੋਰੇਸ਼ਨ। ਬੰਬੇ ਮਿਊਨਿਸਪਲ ਕਾਰਪੋਰੇਸ਼ਨ ਦੇ ਕੋਲੇ ਜਿਹੜੀ ਹੈਗੀ ਜੀ 92,000 ਕੇਸ ਸੀ ਜੀ। ਜਦੋਂ 92,000 ਕੇਸਾਂ ਨੂੰ ਉਹ ਡੀਲ ਕਰ ਰਹੇ ਸੀ ਤੇ ਉਸ ਵੇਲੇ ਜਿਹੜੀ ਉਹਨਾਂ ਦੀ ਆਕਸੀਜਨ ਜਿਹੜੀ ਸੀ ਉਹ ਕਿੰਨੀ ਸੀ? ਉਹ 275 ਟਨ। ਅੱਛਾ, ਸਿਰਫ ਉਹ ਕਹਿੰਦੇ ਵੀ 275 ਟਨ ਦੇ ਨਾਲ ਉਹਨਾਂ ਨੇ 92,000 ਲੋਕਾਂ ਨੂੰ ਕਿਵੇਂ ਸੈਟੀਸਫਾਈ ਕੀਤਾ ਤੇ ਉੱਥੇ ਜਿਹੜੇ ਹੈਗੇ ਆ ਕੇਸ ਘਟਣੇ ਸ਼ੁਰੂ ਹੋ ਗਏ। ਇਸ ਕਰਕੇ ਤੁਸੀਂ ਜਾਓ ਤੇ ਜਾ ਕੇ ਦੋਨਾਂ ਦੇ, ਕੇਂਦਰ ਸਰਕਾਰ ਦੇ ਵੀ ਜੀ ਤੇ ਦਿੱਲੀ ਦੀ ਰਾਜ ਸਰਕਾਰ ਦੇ ਅਫਸਰ ਵੀ ਇਹ ਜਾਣ ਉੱਥੇ ਬੰਬੇ ਹਾਂਜੀ, ਉਹਨਾਂ ਦੇ ਅਧਿਕਾਰੀਆਂ ਨਾਲ ਗੱਲ ਕਰਨ, ਉਹਨਾਂ ਦਾ ਜਿਹੜਾ ਕੀ ਕੰਮ ਹੈ ਉਹਦੇ ਤੋਂ ਸਿੱਖਣ ਕੁਛ ਜੀ। ਇਹ ਇੱਕ ਉਹਨਾਂ ਵਾਸਤੇ ਨਵੀਂ ਹਦਾਇਤ ਦਿੱਤੀ ਤੇ ਮੇਰੇ ਖਿਆਲ ਮੁਤਾਬਕ ਉਧਮ ਠਾਕਰੇ ਦੀ ਸਰਕਾਰ ਦੇ ਲਈ ਇਹ ਇੱਕ ਸ਼ੁਭ ਸ਼ਗਨ ਹੈ ਵੀ ਘੱਟੋ ਘੱਟ ਦੇਸ਼ ਦੇ ਵਿੱਚ ਇੱਕ ਸੂਬਾ ਤਾਂ ਹੈ ਬਿਲਕੁਲ ਜਿਨ੍ਹਾਂ ਨੇ ਥੋੜੀ ਗੈਸ ਦੇ ਨਾਲ, ਮਤਲਬ ਜਿਹੜੀ ਆਕਸੀਜਨ ਦੇ ਨਾਲ, ਥੋੜੀ ਗੈਸ ਦੇ ਨਾਲ, ਆਕਸੀਜਨ ਦੇ ਨਾਲ ਵਧੀਆ ਪ੍ਰਬੰਧ ਕੀਤਾ ਤੇ ਲੋਕਾਂ ਦੀਆਂ ਜਾਨਾਂ ਬਚ ਗਈਆਂ। ਜੀ ਜੀ ਜੀ। ਤੇ ਢਿੱਲੋਂ ਸਾਹਿਬ, ਇੱਕ ਬੜਾ ਕੀ ਹੈ ਕਿ ਅਸੀਂ ਆਪਦੇ ਸੂਬਿਆਂ ਦੇ ਬੰਦਿਆਂ ਨੂੰ ਹੀ ਨੌਕਰੀ ਦੇਣੀ ਹੈ, ਬਾਹਰਲੇ ਨੂੰ ਕੁਛ ਦੇਣਾ ਨਹੀਂ। ਮਹਾਰਾਸ਼ਟਰ ਦੇ ਵਿੱਚ ਇਹ ਕਾਫੀ ਚਰਚਾ ਸੀਗੀ, ਇੱਥੇ ਰਾਖਵਾਂਕਰਨ ਕੀਤਾ ਗਿਆ ਸੀਗਾ, ਮਰਾਠਾ ਰਾਖਵਾਂਕਰਨ। ਕੀ ਅਪਡੇਟ ਹੈ ਜੀ? ਦੇਖੋ ਜੀ, ਗੱਲ ਇਹ ਕਿ ਜਦੋਂ ਦੇਵੇਂਦਰ ਫੜਨਵੀਸ ਦੀ ਸਰਕਾਰ ਹੁੰਦੀ ਸੀ ਪਿਛਲੀ ਜੀ, ਉਹ ਸਰਕਾਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਹੁੰਦਾ ਸੀ ਤੇ ਉਹਦੇ ਵਿੱਚ ਸ਼ਮੂਲੀਅਤ ਹੁੰਦੀ ਸੀ ਸ਼ਿਵ ਸੈਨਾ ਦੀ ਜੀ। ਇਸ ਸਰਕਾਰ ਨੇ 2018 ਦੇ ਵਿੱਚ ਇੱਕ ਕਾਨੂੰਨ ਬਣਾਤਾ ਸੀ। ਉਸ ਕਾਨੂੰਨ ਦੇ ਰਾਹੀਂ ਉਹਨਾਂ ਨੇ ਮਰਾਠਿਆਂ ਦੇ ਲਈ ਰਾਖਵਾਂਕਰਨ ਕੀਤਾ ਸੀ ਜੀ। ਜਿਹੜੀ ਐਜੂਕੇਸ਼ਨ ਆ ਉਹਦੇ 'ਚ ਤਾਂ ਸੀ 12% ਤੇ ਨੌਕਰੀਆਂ ਦੇ ਵਿੱਚ ਕਰਤਾ ਸੀ 13% ਜੀ। ਇਹਨੂੰ ਜਿਹੜਾ ਹੈਗਾ ਉਹਨਾਂ ਨੇ ਕਿਹਾ ਸੀ ਕਿ ਸਿੱਖਿਆ ਤੇ ਰੁਜ਼ਗਾਰ ਇਹ ਜਿਉਣ ਦੇ ਅਧਿਕਾਰ ਨਾਲ ਨੇੜਿਓਂ ਜੁੜਿਆ ਹੋਇਆ ਹਰ ਇੱਕ ਬੰਦੇ ਨੂੰ ਮਿਲਣੀ ਚਾਹੀਦੀ ਹੈ ਤੇ ਇਹ ਅਸੀਂ ਜੀ ਕਹਿੰਦੇ ਕਰ ਦਿੱਤੀ ਹੈ, ਇਹਦੇ 'ਚ ਅਮੈਂਡਮੈਂਟ ਕਰਤੀ ਜੀ। ਉੱਥੇ ਕਿਸੇ ਸੱਜਣ ਨੇ ਇਸ ਅਮੈਂਡਮੈਂਟ ਨੂੰ ਜਿਹੜਾ ਹੈਗਾ ਚੁਣੌਤੀ ਦਿੱਤੀ ਹਾਈ ਕੋਰਟ 'ਚ। ਅੱਛਾ ਜੀ। ਹਾਈ ਕੋਰਟ ਨੇ ਵੀ ਮੰਨ ਲਿਆ ਵੀ ਨਹੀਂ ਠੀਕ ਹੈ ਜੀ, ਇਹ ਰਹਿਣੀ ਚਾਹੀਦੀ ਹੈ, ਕਿਉਂਕਿ ਉਹ ਤੋਂ ਪਹਿਲਾਂ ਇਹਨਾਂ ਨੇ ਇੱਕ ਕਮਿਸ਼ਨ ਬਣਾਇਆ ਸੀ। ਅੱਛਾ ਜੀ। ਤੇ ਉਸ ਕਮਿਸ਼ਨ ਨੇ ਸਿਫਾਰਿਸ਼ ਕੀਤੀ ਸੀ ਕਿ ਆਰਥਿਕ ਤੌਰ ਤੇ ਮਰਾਠੇ ਆ ਜਿਹੜੇ ਪਛੜੇ ਹੋਏ ਆ,
ਲੇਕਿਨ ਫਿਰ ਕਿ ਜਿਹੜੀ ਜਿਨ੍ਹਾਂ ਨੇ ਪਟੀਸ਼ਨ ਕੀਤੀ ਸੀਗੀ ਉਹ ਸੁਪਰੀਮ ਕੋਰਟ ਚਲੇ ਗਏ ਜੀ, ਉਹਨਾਂ ਦੀ ਜੀ। ਪਟੀਸ਼ਨ ਖਾਰਜ ਹੋ ਗਈ। ਸੁਪਰੀਮ ਕੋਰਟ ਦੇ ਵਿੱਚ ਇੱਕ ਪਹਿਲਾ ਫੈਸਲਾ ਹੋਇਆ ਵਾ ਤੇ ਸੰਵਿਧਾਨਕ ਬੈਂਚ ਦਾ ਫੈਸਲਾ ਹੋਇਆ ਵਾ। ਜੀ। ਉਹ ਫੈਸਲਾ ਤੁਹਾਡੀ ਯਾਦ ਹੋਣਾ 1990-91 ਦੇ ਵਿੱਚ ਹੋਇਆ ਸੀ ਮੰਡਲ ਕਮਿਸ਼ਨ। ਮੰਡਲ ਕਮਿਸ਼ਨ ਵੇਲੇ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਮਤਲਬ ਖੁਦਕੁਸ਼ੀਆਂ ਵਾਲਾ ਵੀ ਵਿਦਿਆਰਥੀਆਂ ਨੇ ਸ਼ੁਰੂ ਕਰ ਲਿਆ ਸੀ ਕੰਮ। ਕੁਝ ਲੋਕ ਉਦੋਂ ਕਹਿੰਦੇ ਸੀ ਕਿ RSS ਵਾਲੇ ਲੋਕ ਲੱਗੇ ਵੀ ਇਹਨਾਂ ਦੇ ਮਗਰ ਤੇ ਇਹ ਲੋਕਾਂ ਨੂੰ ਭੜਕਾਉਂਦੇ ਆ ਜੀ। ਉਹਦੇ ਵਿੱਚ ਜਿਹੜੀ ਹੈ ਉਹ ਸੰਵਿਧਾਨਕ ਬੈਂਚ ਦਾ ਇੱਕ ਹੁਕਮ ਹੈ ਕਿ ਜਿਹੜੀ ਰਿਜ਼ਰਵੇਸ਼ਨ ਆ ਉਹ 50% ਤੋਂ ਉੱਪਰ ਨਹੀਂ ਵਧਣੀ ਚਾਹੀਦੀ ਜੀ। ਲੇਕਿਨ ਜਦੋਂ ਇਹ 12% ਤੇ 18% ਹੋ ਗਈ ਤੇ 50% ਤੋਂ ਉੱਪਰ ਜਾਂਦੀ ਹੈ। ਜੀ। ਹੁਣ ਮਾਨਯੋਗ ਸੁਪਰੀਮ ਕੋਰਟ ਨੇ ਇਹ ਕਹਿਤਾ ਕਿ ਇਹ ਸੰਵਿਧਾਨਕ ਵਿਵਸਥਾ ਦੇ ਵਿਰੁੱਧ ਹੈ। ਕੋਈ ਅਸੈਂਬਲੀ ਇਸ ਤਰ੍ਹਾਂ ਦਾ ਕਾਨੂੰਨ ਨਹੀਂ ਬਣਾ ਸਕਦੀ ਜਿਹੜੀ 50% ਨੂੰ ਪਾਰ ਕਰੇ। ਜੀ। ਇਸ ਕਰਕੇ ਤੁਹਾਡੀ ਜਿਹੜੀ ਇਹ ਰੱਦ ਕੀਤਾ ਜਾਂਦਾ ਕਾਨੂੰਨ। ਪਰ ਉਹਦੇ 'ਚ ਇੱਕ ਗੱਲ ਕਰਤੀ ਕਿ ਜਿਨ੍ਹਾਂ ਲੋਕਾਂ ਨੇ ਪਹਿਲਾਂ ਐਜੂਕੇਸ਼ਨ ਹਾਸਲ ਕਰ ਲਈ ਹੈ ਜਾਂ ਜਿਨ੍ਹਾਂ ਨੇ ਪਹਿਲਾਂ ਨੌਕਰੀ ਹਾਸਲ ਕਰ ਲਈ ਹੈ ਉਹਨਾਂ ਦੇ ਉੱਤੇ ਇਹ ਕਾਨੂੰਨ ਜਿਹੜਾ ਹੈਗਾ ਮਾੜਾ ਪ੍ਰਭਾਵ ਨਹੀਂ ਪਊਗਾ, ਉਹ ਕਰਦੇ ਰਹਿਣਗੇ। ਜੀ। ਵੱਡੀ ਗੱਲ ਇਹ ਹੈ ਦਾਨੇਵਾਲੀਆ ਸਾਹਿਬ ਕਿ ਰਿਜ਼ਰਵੇਸ਼ਨ ਕਦੋਂ ਦੀ ਸ਼ੁਰੂ ਹੋਈ ਹੈ। ਅਸੀਂ ਰਿਜ਼ਰਵੇਸ਼ਨ ਦੇ ਨਾਂ ਦੇ ਉੱਤੇ ਰਿਜ਼ਰਵੇਸ਼ਨ ਦੇਣੀ ਕਿਹਨੂੰ ਹੈ? ਜਿਹੜੇ ਸਮਾਜਿਕ ਤੌਰ ਤੇ, ਆਰਥਿਕ ਤੌਰ ਤੇ, ਵਿਦਿਅਕ ਤੌਰ ਤੇ ਪਛੜੇ ਹੋਏ ਲੋਕ ਹੈ, ਜਿਨ੍ਹਾਂ ਦੇ ਨਾਲ ਜਾਤੀ ਆਧਾਰਿਤ ਜਿਹੜੀ ਵਿਤਕਰੇਬਾਜ਼ੀ ਹੁੰਦੀ ਹੈ ਉਹਨਾਂ ਵਾਸਤੇ। ਲੇਕਿਨ ਵੇਖਣ ਵਾਲੀ ਗੱਲ ਇਹ ਹੈ ਕਿ ਇਹ ਉਹਨਾਂ ਦੇ ਵਿੱਚੋਂ ਵੀ ਕੀ ਜਿਹੜੇ ਅਸਲ ਜਿਹੜੇ ਲੋੜਵੰਦ ਆ ਉਹਨਾਂ ਨੂੰ ਰਿਜ਼ਰਵੇਸ਼ਨ ਮਿਲਦੀ ਹੈ ਨਹੀਂ ਮਿਲਦੀ। ਉਹ ਤਾਂ ਜਿਹੜੇ ਤਾਂ ਰਹਿ ਗਏ ਮਗਰ ਰਹਿ ਗਏ ਜੀ। ਇੱਕ ਵਾਰੀ ਅਫਸਰ ਬਣ ਗਿਆ ਉਹ ਤਾਂ ਆਪਦੇ ਜਵਾਕ ਹੀ ਤੁਰੇ, ਜਿਹੜਾ MLA ਬਣ ਗਿਆ ਬਸ ਉਹਨਾਂ ਦੇ ਬਣਦਾ, ਦੂਜੇ ਤਾਂ ਵਿਚਾਰੇ ਤੁਰੇ ਫਿਰਦੇ ਆ। ਗਰੀਬਾਂ ਦੇ ਲੈ ਲਓ ਆਪਣੇ ਪੰਜਾਬ 'ਚ ਕਿੰਨੇ ਕਿਤੇ ਅਫਸਰ ਲੱਗ ਗਏ। ਬਸ ਉਹੀ ਚੀਜ਼ ਹੈ ਕਿ ਹੁਣ ਚਾਹੀਦਾ ਇਹ ਹੈ ਕਿ ਜਿਹੜੇ ਵੀਕਰ ਸੈਕਸ਼ਨ ਦੇ ਬੱਚੇ ਹੈ, ਵੀਕਰ ਸੈਕਸ਼ਨ ਦੇ ਬੱਚਿਆਂ ਨੂੰ ਪੜ੍ਹਾਈ ਦੇ ਮਾਮਲੇ ਦੇ ਵਿੱਚ ਸਟੇਟ ਵੱਲੋਂ ਚਾਹੀਦਾ ਕਿ ਉਹ ਜੇ ਉੱਚ ਵਿਦਿਆ ਹਾਸਲ ਕਰਦੇ ਆ ਵੱਡੇ ਸਕੂਲਾਂ 'ਚ ਉਹਨਾਂ ਨੂੰ ਵੀ ਇਹ ਫੈਸਿਲਿਟੀ ਦਿੱਤੀ ਜਾਵੇ। ਤੁਸੀਂ ਰਿਜ਼ਰਵੇਸ਼ਨ ਦੇਣ ਦੀ ਬਜਾਏ ਜਿਹੜਾ ਉਹਨਾਂ ਦਾ ਸਿੱਖਿਅਤ ਪੱਧਰ ਹੈ ਉਹਨੂੰ ਉੱਚਾ ਚੱਕੋ। ਇਹ ਢਿੱਲੋਂ ਸਾਹਿਬ ਬੜੀ ਇਹ ਵੀ ਇੱਕ ਦਰਦਨਾਕ ਬੜਾ ਪਹਿਲੂ ਹੈ। ਦੇਖੋ ਆਪਾਂ ਗੱਲ ਕਰ ਰਹੇ ਹਾਂ ਗਰੀਬਾਂ ਦੀ, ਕੱਲ੍ਹ ਵੀ ਗੱਲ ਕੀਤੀ, ਅੱਜ ਵੀ ਕੀਤੀ। ਮੈਨੂੰ ਬਹੁਤ ਡਿਸਟਰਬ ਆ ਮੈਂ ਇਸ ਚੀਜ਼ ਨੂੰ ਲੈ ਕੇ ਕਿ ਦੇਖੋ ਗਰੀਬਾਂ ਲਈ ਕੋਈ ਵੀ ਚੀਜ਼ ਆਉਂਦੀ ਹੈ ਨਾ, ਉਹਨਾਂ ਦੀ ਵਹਿਮ ਖੜਾ ਕਰ ਦਿੱਤਾ ਵਿਚਾਰਾਂ ਤੇ। ਇਸ ਢੰਗ ਦੇ ਨਾਲ ਮਾਨਸਿਕ ਤੌਰ ਦੇ ਉੱਤੇ ਦਬਾਅ ਪਾਇਆ ਜਾਂਦਾ ਕਿ ਉਹ ਜਿਵੇਂ ਕਹਿੰਦੇ ਕਿ ਹੁਣ ਦੇਖੋ ਟੀਕੇ ਆਏ ਨਾ ਲਓ ਵੀ ਤੁਸੀਂ ਤਾਂ ਨਪੁੰਸਕ ਹੋ ਜਾਓਗੇ, ਤੁਹਾਨੂੰ ਫਲਾਨਾ ਹੋ ਜੂ, ਧਮਕਾ ਹੋ ਜੂ। ਬਿਲਕੁਲ ਠੀਕ ਹੈ। ਜੇ ਇਸੇ ਤਰ੍ਹਾਂ ਕੋਈ ਦਲਿਤ ਲੀਡਰ ਹੈ, ਮੈਨੂੰ ਸਿਰਫ ਇੱਕ ਚੀਜ਼ ਦੀ ਮੈਂ ਇੱਜ਼ਤ ਬਹੁਤ ਕਰਦਾ, ਰਾਮ ਵਿਲਾਸ ਪਾਸਵਾਨ ਦੀ, ਢਿੱਲੋਂ ਸਾਹਿਬ ਜੀ। ਠੀਕ ਆ, ਮੌਸਮ ਵਿਗਿਆਨੀ ਸੀ, ਮੈਂ ਉਹਦੀ ਇੰਟਰਵਿਊ ਕੀਤੀ। ਉਹਨੇ ਮੈਨੂੰ ਸਿੱਧੀ ਗੱਲ ਕਹੀ, ਕਹਿੰਦਾ ਰਿਜ਼ਰਵੇਸ਼ਨ की जरूरत नहीं है, इसको बंद करो मेरे लिए। ਮੈਂ ਉਹਨੂੰ ਪੁੱਛਿਆ ਵੀ ਦਲਿਤ ਕੌਣ ਹੈ? ਕਹਿੰਦਾ ਦਲਿਤ ਉਹ ਹੈ ਜਿਹਨੂੰ ਉਹਦੇ ਆਪਣਿਆਂ ਚੋਂ ਉਸਨੂੰ ਉਹਦੇ ਵਿੱਚੋਂ ਬਦਬੂ ਆਉਂਦੀ ਹੋਵੇ। ਬਿਲਕੁਲ। ਜੇ ਉਹਦੀ ਕਾਸਟ ਦੇ ਲੋਕਾਂ ਨੂੰ ਜੇ ਉਹਨਾਂ ਚੋਂ ਬਦਬੂ ਆਉਂਦੀ ਹੈ, ਦਲਿਤ ਉਹ ਹੈ। ਦਲਿਤ ਕਹਿੰਦਾ ਗਰੀਬ ਹੈ। ਦਲਿਤ ਉਹ ਹੈ ਜਿਹੜੇ ਉਹਦੇ ਰਿਸ਼ਤੇਦਾਰਾਂ ਤੋਂ ਭਾਂਡੇ ਮਜਵਾਉਂਦੇ ਨੇ। ਦਲਿਤ ਉਹ ਹੈ ਜਿਹੜੇ ਉਹਦੇ ਰਿਸ਼ਤੇਦਾਰ ਨੂੰ ਜਲੀਲ ਕਰਦੇ ਨੇ ਕਿਉਂਕਿ ਉਹ ਗਰੀਬ ਹੈ। ਕਹਿੰਦਾ ਮੈਂ ਤਾਂ ਮੇਰੇ ਕੋਲੇ ਤਾਂ ਬਹੁਤ ਕੁਛ ਹੈ। ਕਹਿੰਦਾ ਮੈਨੂੰ ਕੀ ਲੋੜ ਹੈ ਕਹਿੰਦਾ ਰਿਜ਼ਰਵੇਸ਼ਨ ਦੀ। ਕਹਿੰਦਾ ਪਰ ਇਹ ਕਾਨੂੰਨ ਹੈ। ਕਹਿੰਦਾ ਮੈਂ ਤਾਂ ਕਿੰਨੇ ਵਾਰੀ ਕਹਿ ਚੁੱਕਿਆ ਕਿ ਇਹ ਚੀਜ਼ ਬਦਲੋ। ਐਂਡ ਉਹ ਬੰਦੇ ਨੇ ਔਨ ਰਿਕਾਰਡ ਇਹ ਗੱਲ ਮੰਨੀ। ਅੱਜ ਉਹ ਚਲਾ ਗਿਆ, ਪਰ ਇੱਕ ਚੀਜ਼ ਤਾਂ ਮੈਂ ਉਸ ਦਿਨ ਤੋਂ ਬੰਦੇ ਤੇ ਉਸ ਚੀਜ਼ ਦੀ ਭਾਵੇਂ ਕੁਛ ਵੀ ਸੀ, ਭਾਵੇਂ ਅੰਦਰੋਂ ਬੋਲ ਰਿਹਾ ਸੀ, ਬਾਹਰੋਂ ਬੋਲ ਰਿਹਾ, ਜੋ ਬੋਲ ਰਿਹਾ ਸੀ, ਪਰ ਉਹ ਬੋਲਿਆ ਤਾਂ ਹੈ। ਹੁਣ ਦਲਿਤ ਲੀਡਰ ਨੇ ਜਿਹੜੇ ਉਹ ਕੀ ਕਰਦੇ ਜੀ, ਪੈਸੇ ਇਕੱਠੇ ਕਰਦੇ, ਦਲਿਤਾਂ ਤੋਂ ਤੁਹਾਡੀ ਆਵਾਜ਼ ਚੁੱਕਾਂਗੇ। ਆਵਾਜ਼ ਦਲਿਤਾਂ ਦੀ ਕਿਹਨੇ ਚੁੱਕੀ ਅੱਜ ਤੱਕ? ਵੈਸੇ ਗੱਲ ਹੈ ਤੁਸੀਂ ਰਾਮ ਵਿਲਾਸ ਪਾਸਵਾਨ ਦੀ ਕਰਤੀ, ਮੌਸਮ ਵਿਗਿਆਨੀ ਹੋਣਾ ਹੋਰ ਚੀਜ਼ ਹੈ ਜੀ। ਗੱਲ ਉਹਨੇ ਕਰ ਲਈ ਪਰ ਉਹ ਹਮੇਸ਼ਾ ਹਲਕੇ ਕਿਹੜੇ ਤੋਂ ਲੜਦਾ ਸੀ? ਉਹ ਜਨਰਲ ਹਲਕੇ ਤੋਂ ਨਹੀਂ ਲੜਦਾ ਸੀ, ਲੜਦਾ ਤਾਂ ਰਿਜ਼ਰਵ ਤੋਂ ਹੀ ਸੀ ਨਾ, ਕਿਉਂਕਿ ਉਹਨਾਂ ਨੂੰ ਮਿਲਦਾ ਸੀ ਰਿਜ਼ਰਵ ਹਲਕਾ, ਉਸੇ ਤੋਂ ਹੀ ਲੜਨਾ ਸੀ ਉਹਨੇ। ਪਰ ਨਹੀਂ ਉਹ ਜਨਰਲ ਤੋਂ ਵੀ ਲੜ ਸਕਦਾ, ਰਿਜ਼ਰਵ ਵਾਲਾ ਜਨਰਲ ਤੋਂ ਵੀ ਲੜ ਸਕਦਾ। ਉਹ ਕਹਿੰਦਾ ਜੀ ਮੈਂ ਹਕੂਕ ਛੱਡਤਾ ਇਹ ਕਿਸੇ ਜਿਹੜਾ ਗਰੀਬ ਦਲ ਤਾਂ ਉਹਨੂੰ ਦਿਓ, ਉਹਨੂੰ ਟਿਕਟ ਦਿਓ, ਆਪਦੀ ਪਾਰਟੀ ਵੱਲੋਂ ਦੇ ਦੇਣਾ। ਬਿਲਕੁਲ ਬਿਲਕੁਲ। ਇਹ ਕਈ ਚੀਜ਼ਾਂ ਹੁੰਦੀਆਂ ਵੀ ਆਪਣੇ ਕੋਲੇ ਕੈਮਰੇ ਤੇ ਕੁਝ ਹੋਰ ਕਹਿ ਦਿੰਦੇ ਆ। ਬਿਲਕੁਲ। ਸੋ ਧੰਨਵਾਦ ਤੁਹਾਡਾ ਢਿੱਲੋਂ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਸੋ ਜੁੜੇ ਰਹੋ ਜੀ ਰੇਡੀਓ ਪੰਜਾਬ ਟੂਡੇ ਨਾਲ, ਤੇ ਗੱਲਬਾਤ ਹੋਏਗੀ ਡਾਕਟਰ ਮਹਿੰਦਰ ਸਿੰਘ ਹੋਰਾਂ ਦੇ ਨਾਲ ਹੋਮੋਪੈਥੀ ਬਾਰੇ। ਸੋ ਹੁਣ ਇੱਕ ਬ੍ਰੇਕ ਦਾ ਵਕਤ ਸਮਾਂ ਤੇ ਫਿਰ ਹਾਜ਼ਰ ਹੋਣੇ।